ਗੁਰੂ ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਮੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਨਾਸਨ ਸੋਏ। ਦੋਹਰਾ ਪਾਤਸ਼ਾਹੀ ਇੱਕ ਹੀ ਕੀ ਹੋਏ ਔਰ ਅੰਤਰ ਨੀਕੇ ਲਿਹੁ ਜੋਏ ਪਰਵਾਨਾ ਹੀਰਤ ਹੀ ਆਵੋ ਹਮ ਤੁਮ ਮਜਬ ਏਕ ਲਖ ਪਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਪਿੱਛੇ ਸਰਵਣ ਕਰ ਰਹੇ ਸੀਗੇ ਸਤਿਗੁਰਾਂ ਦੇ ਕਵੀ ਦਰਬਾਰ ਦੀ ਮਹਿਮਾ। ਉਸ ਤੋਂ ਬਾਅਦ ਅੱਗੇ ਕਥਾ ਚੱਲੀ ਸੀ ਕਿ ਜਿਸ ਵੇਲੇ ਪਹਾੜੀ ਰਾਜਿਆਂ ਨੇ ਆਪਣੇ ਸੂਹੀਏ ਆਪਣੇ ਜਸੂਸ ਆਪਣੇ ਵਜ਼ੀਰ ਆਦਿ ਭੇਜੇ ਔਰੰਗਜ਼ੇਬ ਦੇ ਕੋਲ, ਸੈਂਟਰ ਸਰਕਾਰ ਦੇ ਕੋਲ, ਵੀ ਸਾਡੇ ਇਲਾਕੇ ਪਹਾੜੀ ਇਲਾਕੇ ਵਿੱਚ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ 10ਵਾਂ ਮਾਲਕ ਹੈ 10ਵਾਂ ਗੁਰੂ ਹੈ ਉਹ ਪੀਰੀ ਫਕੀਰੀ ਛੱਡ ਕੇ ਸ਼ਾਹੀ ਠਾਠ ਨਾਲ ਰਹਿੰਦਾ ਹੈ ਅਤੇ ਫੌਜਾਂ ਇਕੱਠੀਆਂ ਕਰ ਰਿਹਾ ਹੈ, ਜੰਗ ਯੁੱਧ ਕਰਦਾ ਹੈ। ਸਾਡੇ ਪਹਾੜੀ ਇਲਾਕੇ 'ਚ ਬੜੀ ਤਰਥੱਲੀ ਮਚਾਈ ਹੋਈ ਆ। ਅਗਰ ਜੇ ਤੁਸੀਂ ਇਹਨਾਂ ਨੂੰ ਹੁਣ ਕੰਟਰੋਲ ਨਾ ਕੀਤਾ ਤਾਂ ਕੱਲ੍ਹ ਨੂੰ ਇਹ ਤੁਹਾਡੀ ਗੱਦੀ ਵੀ ਖੋਹ ਸਕਦੇ ਆ, ਤੁਹਾਡਾ ਰਾਜ ਵੀ ਖੋਹ ਸਕਦੇ ਆ। ਝੂਠੀਆਂ ਸੱਚੀਆਂ ਲਾ ਕੇ ਇਹਨਾਂ ਪਹਾੜੀਆਂ ਨੇ ਆਪਣੇ ਬੰਦੇ ਭੇਜੇ। ਔਰੰਗਜ਼ੇਬ ਦੇ ਕੋਲ ਜਦ ਇਹ ਖਬਰਾਂ ਗਈਆਂ ਤਾਂ ਔਰੰਗਜ਼ੇਬ ਨੇ ਬੈਠ ਕੇ ਆਪਣੀ ਵਜ਼ਾਰਤ ਨਾਲ ਆਪਣੇ ਵਜ਼ੀਰਾਂ ਨਾਲ ਸਲਾਹ ਮਸ਼ਵਰਾ ਕੀਤਾ ਵੀ ਕੀ ਕਿਹਾ ਕੀਤਾ ਜਾਵੇ, ਦੱਸੋ ਬਈ। ਸਭ ਦੀਆਂ ਰਾਇਆਂ ਲਈਆਂ ਅਤੇ ਵਿੱਚੋਂ ਇੱਕ ਕਾਜੀ ਕਹਿਣ ਲੱਗਿਆ ਵੀ ਇੱਦਾਂ ਕਰੋ ਉਹਨਾਂ ਨੂੰ ਚਿੱਠੀ ਪਾ ਕੇ ਸੁਨੇਹਾ ਭੇਜ ਕੇ ਇੱਥੇ ਸੱਦੋ। ਫਿਰ ਇੱਥੇ ਜੇ ਆ ਗਏ ਅਤੇ ਉਹਨਾਂ ਨੂੰ ਕੋਲ ਬੈਠ ਕੇ ਸਮਝਾਓ ਵੀ ਤੁਸੀਂ ਪੀਰ ਫਕੀਰ ਹੋ, ਪੀਰਾਂ ਵਾਂਗੂ ਰਹੋ। ਇਹ ਸ਼ਾਹੀ ਠਾਠ ਵਾਂਗੂ ਰਹਿਣਾ ਇਹ ਰਾਜਿਆਂ ਦਾ ਕੰਮ ਹੈ ਅਤੇ ਰਾਜ ਭਾਗ ਪਰਮੇਸ਼ਰ ਨੇ ਮੈਨੂੰ ਦਿੱਤਾ। ਕਾਜੀ ਦੀ ਇਹ ਗੱਲ ਸੁਣ ਕਰਕੇ ਔਰੰਗਜ਼ੇਬ ਇੱਕ ਚਿੱਠੀ ਲਿਖ ਕੇ ਭੇਜਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਦਿੱਲੀ ਤੋਂ ਅਨੰਦਪੁਰ ਸਾਹਿਬ ਨੂੰ। ਚਿੱਠੀ ਲੈ ਕੇ ਉਹਦੇ ਦੋ ਬੰਦੇ ਸਤਿਗੁਰਾਂ ਦੇ ਕੋਲ ਆਉਂਦੇ ਆ ਅਤੇ ਸਤਿਗੁਰੂ ਵਾਪਸੀ ਕੀ ਜਵਾਬ ਭੇਜਦੇ ਆ। ਅਤੇ ਫਿਰ ਔਰੰਗਜ਼ੇਬ ਕੀ ਕਰਦਾ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਪਾਤਸ਼ਾਹੀ ਇੱਕ ਹੀ ਕੀ ਹੋਏ ਔਰ ਅੰਤਰ ਨੀਕੇ ਲਿਹੁ ਜੋਏ। ਤੋ ਕਾਜੀ ਦੀ ਸਲਾਹ ਇਹਨੂੰ ਫਿੱਟ ਬੈਠੀ ਵੀ ਕਹਿੰਦੇ ਗੱਲ ਸਹੀ ਹੈ, ਆਪਾਂ ਚਿੱਠੀ ਭੇਜਦੇ ਹਾਂ
ਤੇ ਚਿੱਠੀ ਪਾ ਕੇ ਉਹਨਾਂ ਨੂੰ ਸਮਝਾਉਣੇ ਆ ਵੀ ਤੁਸੀਂ ਆ ਜੰਗਾ ਜੁੱਗਾ ਵਾਲਾ ਕੰਮ ਬੰਦ ਕਰੋ। ਗੁਰੂ ਨਾਨਕ ਪੀਰ ਸੀ, ਫਕੀਰ ਸੀ, ਤੁਸੀਂ ਉਸੇ ਤਰ੍ਹਾਂ ਰਹੋ। ਤਾਂ ਚਿੱਠੀ ਦੇ ਵਿੱਚ ਕੀ ਲਿਖਦਾ ਇਹ ਕਾਜੀ ਦੇ ਕਹਿਣ 'ਤੇ ਕਿ ਰਾਜਾ ਇੱਕੋ ਹੀ ਹੁੰਦਾ ਦੇਸ਼ ਵਿੱਚ, ਔਰ ਅੰਤਰ ਨੀਕਾ ਲਿਓ ਜੋਏ, ਤੁਸੀਂ ਚੰਗੀ ਤਰ੍ਹਾਂ ਅੰਦਰ ਸੋਚ ਲਓ, ਤੁਸੀਂ ਰਾਜੇ ਨਹੀਂ ਹੈਗੇ। ਕਹਿੰਦਾ ਸਾਡਾ ਤੇ ਤੁਹਾਡਾ ਦੋਨਾਂ ਦਾ ਮਵਾਹਿਦ ਮਜ਼ਹਬ ਤਾਂ ਵੈਸੇ ਧਰਮ ਹੁੰਦਾ, ਸਾਡਾ ਧਰਮ ਮੁਸਲਮਾਨ ਨਹੀਂ ਹੈ, ਪਰ ਅਸੀਂ ਕਿਸੇ ਦਾ ਨੁਕਸਾਨ ਵੀ ਨਹੀਂ ਕਰਦੇ, ਸਤਿਕਾਰ ਸਭ ਦਾ ਕਰਦੇ ਹਾਂ। ਸਾਡਾ ਧਰਮ ਹੈ ਖਾਲਸਾ ਪੰਥ, ਸਿੱਖ ਪੰਥ। ਤਾਂ ਉਹ ਕਹਿੰਦਾ ਵੀ ਤੁਹਾਡਾ ਤੇ ਸਾਡਾ ਮਕਸਦ ਇੱਕੋ ਹੀ ਆ। ਇੱਥੇ ਮਜ਼ਹਬ ਦਾ ਮਤਲਬ ਮਕਸਦ, ਵੀ ਨਾ ਤਾਂ ਅਸੀਂ ਮੂਰਤੀ ਪੂਜਕ ਹੈ, ਨਾ ਤੁਸੀਂ ਮੂਰਤੀ ਪੂਜਕ ਹੋ। ਇਸ ਕਰਕੇ ਸਾਡਾ ਦੋਨਾਂ ਦਾ ਧਰਮ ਖਿਆਲ ਇੱਕੋ ਜਿਹਾ ਹੈ, ਰੱਬ ਨੂੰ ਮੰਨਣ ਵਾਲੇ ਹਾਂ ਦੋਨੇ, ਅਸੀਂ ਬੁੱਤ ਪ੍ਰਸਤ ਨਹੀਂ ਹਾਂ। ਹਿੰਦੂ ਲੋਕ ਜਿਹੜੇ ਉਹ ਬੁੱਤ ਪ੍ਰਸਤ ਹੈ, ਮੁਸਲਮਾਨ ਜਿਹੜੇ ਹਨ ਉਹ ਬੁੱਤਾਂ ਨੂੰ ਨਹੀਂ ਪੂਜਦੇ। ਅਤੇ ਧੰਨ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਆ, ਵੈਸੇ ਜੇ ਉਹ ਅੰਨ੍ਹਾ ਤੇ ਉਹ ਕਾਣਾ ਹੈ, ਹਿੰਦੂ ਅੰਨਾ ਮੁਸਲਮ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਫਿਰ ਸਵਾਲ ਪੈਦਾ ਹੋ ਗਿਆ ਜੀ ਕਿ ਇਹ ਗੱਲ ਕਿਉਂ ਕਹਿਤੀ? ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ। ਉਹ ਮੰਦਿਰ ਵਿੱਚ ਬੁੱਤਾਂ ਦੀ ਪੂਜਾ ਕਰਦੇ ਆ, ਉਹ ਮਸੀਤ ਵਿੱਚ ਕਬਰ ਦੀ ਪੂਜਾ ਕਰੀ ਜਾਂਦੇ ਆ। ਫਰਕ ਹੀ ਰਹਿ ਗਿਆ, ਹੈ ਤਾਂ ਦੋਨੇ ਪੱਥਰ ਦੀਆਂ ਬਣੀਆਂ। ਇਸੇ ਕਰਕੇ ਉਹਨੂੰ ਕਾਣਾ ਤਾਂ ਕਹਿਦਾ ਵੀ ਉਹ ਇੱਕ ਨੂੰ ਮੰਨਦਾ, ਕੇਵਲ ਮੁਹੰਮਦ ਸਾਹਿਬ ਨੂੰ ਮੰਨਦੇ ਆ, ਉਹਦੀ ਕਬਰ ਨੂੰ ਪੂਜਦੇ ਆ। ਪਰ ਇਹਨਾਂ ਦਾ 33 ਕਰੋੜ ਦੇਵਤਾ ਹੈ, ਬੇਅੰਤ ਹੀ ਰੱਬ ਬਣਾ ਛੱਡੇ ਆ ਇਹਨਾਂ ਨੇ। ਇਸ ਕਰਕੇ ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ, ਨਾਮੈ ਸੋਈ ਸੇਵਿਆ। ਪਰ ਭਗਤਾਂ ਨੇ, ਗੁਰੂਆਂ ਨੇ ਕਿਹਨੂੰ ਸਿਮਰਿਆ? ਜਿੱਥੇ ਕੋਈ ਮੰਦਿਰ ਮਸੀਤ ਨਹੀਂ ਹੈ, ਭਾਵ ਜਿੱਥੇ ਨਾ ਬੁੱਤ ਪੂਜਾ ਨਾ ਕਬਰਾਂ ਦੀ ਪੂਜਾ, ਉਸ ਅਕਾਲ ਪੁਰਖ ਦੇ ਨਾਲ, ਉਸ ਸ਼ਕਤੀ ਨਾਲ ਜੁੜਨਾ ਕੀਤਾ ਜਿਹੜੀ ਸਾਨੂੰ ਸਭ ਨੂੰ ਚਲਾ ਰਹੀ ਆ। ਕਹਿੰਦਾ ਚਿੱਠੀ ਵੇਖਦਿਆਂ ਹੀ ਸਾਡੇ ਕੋਲ ਆਓ, ਤੁਹਾਡਾ ਤੇ ਸਾਡਾ ਮਕਸਦ ਇੱਕੋ ਹੀ ਹੈ, ਅਸੀਂ ਬੁੱਤ ਪੂਜਕ ਨਹੀਂ ਹਾਂ। ਨਹੀਂ ਤਾਂ ਮੈਂ ਪਹੁੰਚੂੰਗਾ ਤਹਾਂ, ਕਰ ਬਹਾਦਰੀ ਬੈਠਿਓ ਜਹਾਂ। ਜੇ ਤੁਸੀਂ ਨਾ ਆਏ ਤਾਂ ਫਿਰ ਮੈਂ ਆਵਾਂਗਾ। ਤਾਂ ਉਸ ਵੇਲੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਔਰੰਗਜ਼ੇਬ ਕਹਿਣ ਲੱਗਿਆ ਜੇ ਤੁਸੀਂ ਨਾ ਆਏ ਤਾਂ ਮੈਂ ਆਵਾਂਗਾ। ਅਜਮਤ ਜਿਤਕ ਫਕੀਰੀ ਕੀਰ, ਬਿਨ ਜਹਾਨ ਤੀ ਜਹ ਪੀਰ। ਔਰ ਕਹਿਣ ਲੱਗਿਆ ਜਿੰਨੀ ਕਿ ਤੁਹਾਡੇ ਵਿੱਚ ਅਜਮਤ ਹੈ, ਕਰਾਮਾਤ ਹੈ, ਫਕੀਰੀ ਹੈ, ਇਹ ਤੁਹਾਡੀ ਸਾਰੀ ਖਤਮ ਕਰ ਦੂੰਗਾ। ਭਾਵ ਦਬਕਾ ਮਾਰਦਾ ਔਰੰਗਜ਼ੇਬ ਚਿੱਠੀ 'ਚ, ਜਿਹੜੀ ਤੁਹਾਨੂੰ ਦੁਨੀਆ ਮੰਨਦੀ ਹੈ ਨਾ ਪੀਰ ਫਕੀਰ ਕਰਕੇ, ਗੁਰੂ ਕਰਕੇ, ਇਹ ਖਤਮ ਕਰ ਦੂੰਗਾ। ਜਿੱਥੇ ਤੂੰ ਬਹਾਦਰੀ ਕਰਕੇ ਬੈਠਾ, ਭਾਵ ਪਹਾੜਾਂ ਦੇ ਇਲਾਕੇ ਵਿੱਚ ਜਿੱਥੇ ਤੂੰ ਜੰਗ ਕਰ ਰਿਹਾ, ਮੈਂ ਆਊਂਗਾ ਨਹੀਂ, ਤੂੰ ਆ ਜਾ। ਪੀਰ ਫਕੀਰ ਬਟੇ ਲਗ ਹੈ, ਪਤਸ਼ਾਹੀ ਕਰ ਮੈਂ ਜਿਮਰ ਹੈ। ਔਰ ਪੀਰ ਫਕੀਰ ਛੋਟੇ ਵੱਡੇ ਹੁੰਦੇ ਹਨ, ਵੱਡੇ ਲਘੂ ਛੋਟੇ ਵੱਡੇ ਹੁੰਦੇ ਹੈ, ਪਰ ਰਾਜੇ ਨਹੀਂ ਹੁੰਦੇਗੇ। ਵੱਡੇ ਹੁੰਦੇ ਆ ਪੀਰ, ਛੋਟੇ ਹੁੰਦੇ ਆ ਫਕੀਰ, ਪਰ ਰਾਜੇ ਨਹੀਂ ਹੁੰਦੇ। ਰਾਜਾ ਤਾਂ ਜਿਸ ਨੂੰ ਪਰਮੇਸ਼ਰ ਨੇ ਬਣਾਇਆ, ਰਾਜ ਭਾਗ ਉੱਥੇ ਹੀ ਹੁੰਦਾ। ਤੈਸੇ ਤੁਮ ਪੀਰ ਬੋ ਕਰੀਐ, ਨਹਿ ਵਿਰੋਧ ਕਿਮ ਉਰ ਮੈਂ ਧਰੀਐ। ਇਸ ਕਰਕੇ ਤੁਹਾਨੂੰ ਪੀਰਾਂ ਫਕੀਰਾਂ ਵਾਂਗੂ ਰਹਿਣਾ ਚਾਹੀਦਾ ਹੈ। ਤੁਹਾਨੂੰ ਸਾਡੇ ਰਾਜਨੀਤੀ ਦੇ ਕੰਮਾਂ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ। ਤੁਸੀਂ ਪੀਰਾਂ ਵਾਂਗੂ ਜਿਵੇਂ ਬਾਬਾ ਨਾਨਕ ਰਹਿੰਦਾ ਸੀ ਉਵੇਂ ਰਹੋ। ਕਹਿੰਦਾ ਵੱਡ ਹੰਕਾਰ ਹਕੀਕਤ ਯਾਰ, ਜਿਮ ਪਤਸ਼ਾਹੀ ਕੋ ਹੋਏ ਤੋਰ। ਤੌਰ ਕੀ ਹੁੰਦਾ? ਸੁਭਾਅ। ਜਿਵੇਂ ਇਹਨਾਂ ਦੀ ਬੋਲਣ ਦੀ ਆਦਤ ਹੁੰਦੀ ਹੈ, ਜਿਵੇਂ ਰਾਜਿਆਂ ਦੇ ਤੌਰ ਹੁੰਦੇ ਆ ਵੀ ਸਾਡੇ ਵਰਗਾ ਕਿਹੜਾ, ਅਸੀਂ ਜੋ ਮਰਜ਼ੀ ਕਰੀਏ, ਜਨਤਾ ਨੂੰ ਟਿੱਚ ਕਰਕੇ ਜਾਣਦੇ ਆ। ਪਰ ਜਨਤਾ ਜਦੋਂ ਆਪਣੀ ਆਈ 'ਤੇ ਆਉਂਦੀ ਹੈ, ਜਾਂ ਪਰਮੇਸ਼ਰ ਜਦੋਂ ਕਲਾ ਵਰਤਾਉਂਦਾ ਨਾ, ਫਿਰ ਇਹਨਾਂ ਰਾਜਿਆਂ ਨੂੰ ਸੰਗਲ ਪੈਂਦੇ ਆ। ਬਾਬੇ ਨਾਨਕ ਨੇ ਕਲਯੁਗ ਨਾਲ ਬਚਨ ਕੀਤਾ ਸੀ ਨਾ, ਕਲਯੁਗ ਕਹਿੰਦਾ ਮੈਂ ਇੱਥੋਂ ਦਾ ਰਾਜਾ ਹਾਂ, ਮੈਂ ਜਨਤਾ 'ਤੇ ਰਾਜ ਕਰਦਾ, ਤੂੰ ਇਹਨਾਂ ਨੂੰ ਭਗਤੀ ਵਿੱਚ ਲਾ ਕੇ ਮੈਥੋਂ ਆਜ਼ਾਦ ਕਰੀ ਜਾਂਦਾ, ਤੂੰ ਬੰਦ ਕਰ ਦੇ। ਇਹ ਮੈਨੂੰ ਪਰਮੇਸ਼ਰ ਨੇ ਰਾਜ ਦਿੱਤਾ ਕਲਯੁਗ ਦੇ ਸਮੇਂ ਦਾ। ਪਾਤਸ਼ਾਹ ਕਹਿੰਦੇ ਕੀ ਹੋ ਗਿਆ, ਤੈਨੂੰ ਰਾਜ ਦਿੱਤਾ ਅਤੇ ਸਾਨੂੰ ਵੀ ਉਸਨੇ ਸੇਵਾ ਲਾ ਕੇ ਭੇਜੀ ਹੈ ਵੀ ਇਹਨਾਂ ਰੱਬ ਨਾਲ ਜੋੜ, ਪਰਮੇਸ਼ਰ ਨਾਲ ਜੋੜ। ਤਾਂ ਉਸ ਵੇਲੇ ਕਲਯੁਗ ਔਖਾ ਭਾਰਾ ਜਿਹਾ ਹੋਣ ਲੱਗਿਆ ਅਤੇ ਬਾਬੇ ਨੇ ਬਚਨ ਉਚਾਰਿਆ, ਗੱਲ ਸੁਣ ਲਾ।
ਤੂੰ ਆਪਣੇ ਆਪ ਨੂੰ ਰਾਜਾ ਕਹਾਉਣਾ ਹੈ ਨਾ। ਜਾਂ ਸਿਕਦਾਰ ਹੈ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਇਹ ਰਾਜੇ ਨੌਕਰਾਂ ਤੋਂ ਮਰਦੇ ਹੁੰਦੇ ਆ। ਮੈਂ ਨੌਕਰ ਹਾਂ, ਤੂੰ ਰਾਜਾ ਹੈ, ਪਰ ਤੈਨੂੰ ਮਾਰੂੰਗਾ ਵੀ ਮੈਂ ਹੀ। ਕਹੋ ਸਤਨਾਮ ਸੀ। ਅੱਜ ਤੱਕ ਜਿੰਨੇ ਵੀ ਰਾਜੇ ਹੋਏ ਆ ਨੌਕਰਾਂ ਤੋਂ ਹੀ ਮਰੇ ਆ, ਕਿਉਂਕਿ ਰਾਜ ਤੋਂ ਉੱਤੇ ਤਾਂ ਕੋਈ ਹੁੰਦਾ ਨਹੀਂ ਗਾ। ਫਿਰ ਥੱਲਿਓਂ ਕੋਈ ਉੱਠਦਾ ਹੈ ਜਦੋਂ ਗਲਤ ਚੱਲਦੇ ਆ, ਤੇ ਫਿਰ ਜਾਂ ਸਿਕਦਾਰ ਹੈ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਫਿਰ ਨੌਕਰਾਂ ਤੋਂ ਮਰਦੇ ਹੈ। ਇਹ ਵੀ ਥੋੜ੍ਹਾ ਹੰਕਾਰ ਜਿਹਾ ਕਰਦਾ ਔਰੰਗਜ਼ੇਬ। ਬੜੇ ਹੰਕਾਰ ਦੇ ਨਾਲ ਹੋਰ ਬਹੁਤ ਕੁਝ ਲਿਖਦਾ ਹੈ, ਜਿਵੇਂ ਰਾਜਿਆਂ ਦਾ ਸੁਭਾਅ ਹੁੰਦਾ ਹੈ। ਪਰਵਾਨੇ ਮੈਂ ਬੋ ਲਿਖਵਾਈ, ਬਖਸ਼ਿਸ਼ ਹਮ ਦਰਗਾਹ ਤੇ ਪਾਈ। ਔਰ ਲਿਖਦਾ ਚਿੱਠੀ ਦੇ ਵਿੱਚ ਕਿ ਸਾਨੂੰ ਦਰਗਾਹ ਤੋਂ ਬਖਸ਼ਿਸ਼ ਹੋਈ ਹੈ, ਸਾਨੂੰ ਰੱਬ ਨੇ ਰਾਜ ਦਿੱਤਾ ਹੈ। ਪਤਸ਼ਾਹ ਕੀ ਕੈ ਬਖਸ਼ੀਸ਼, ਪਰਵਤਗਾਰ ਕਲਾ ਜਗਦੀਸ਼। ਉਸ ਜਗਦੀਸ਼ ਜਗਤ ਦੇ ਮਾਲਕ ਨੇ, ਪਰਵਤਗਾਰ ਨੇ, ਜੋ ਸਭ ਤੋਂ ਵੱਡਾ ਹੈ, ਪਾਤਸ਼ਾਹ ਹੈ, ਉਸ ਨੇ ਸਾਨੂੰ ਰਾਜ ਭਾਗ ਦੀ ਦਾਤ ਬਖਸ਼ੀ ਹੈ। ਇਹ ਪਰਵਾਨਾ ਪਠੇ ਵਕੀਲ, ਕਰ ਤੰਗੀਦ ਜਾਵੋ ਬਿਨ ਢੀਲ। ਇਹ ਚਿੱਠੀ ਲਿਖਵਾਈ ਗਈ ਰਾਜੇ ਔਰੰਗਜ਼ੇਬ ਦੇ ਵੱਲੋਂ, ਔਰ ਦੇ ਕਰਕੇ ਚਿੱਠੀ ਸੂਹੀਆਂ ਨੂੰ, ਆਪਣੇ ਵਜ਼ੀਰਾਂ ਨੂੰ ਕਹਿੰਦੇ ਜਾਓ ਚਿੱਠੀ ਲੈ ਕੇ, ਢਿੱਲ ਨਹੀਂ ਕਰਨੀ, ਜਲਦੀ ਜਾਓ ਚਿੱਠੀ ਦਿਖਾਓ ਤੇ ਉੱਥੋਂ ਜਵਾਬ ਲੈ ਕੇ ਆਓ ਜੀ। ਸ੍ਰੀ ਕਲਗੀ ਤਰ ਕੇ ਡਿਗ ਆਏ, ਸਭਾ ਲਗਾਏ ਹਜੂਰ ਬੁਲਾਏ। ਔਰ ਉਸੇ ਵੇਲੇ ਇਹ ਜਿਹੜੇ ਸਨ ਚਿੱਠੀ ਵਾਲੇ ਵਜ਼ੀਰ ਲੈ ਕਰਕੇ ਚਿੱਠੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਸਭਾ ਦੇ ਵਿੱਚ ਪਹੁੰਚੇ ਜਿਸ ਵੇਲੇ ਦੀਵਾਨ ਸਜਿਆ ਹੈ। ਸਭ ਅਹਿਵਾਲ ਸੁਨਿਓ ਜਬ ਕਾਨ, ਉੱਤਰ ਲਿਖਵਾਵੋ ਤਬ ਜਾਨ। ਔਰ ਇਹਨਾਂ ਨੇ ਆ ਨਮਸਕਾਰ ਕੀਤੀ ਜਾਂ ਸਲਾਮ ਕੀਤੀ, ਜਿੱਦਾਂ ਵੀ ਇਹ ਕਰਦੇ ਆ। ਸਤਿਗੁਰੂ ਪਾਤਸ਼ਾਹ ਨੇ ਸਤਿਕਾਰ ਸਹਿਤ ਬਿਠਾ ਲਿਆ, ਕਹਿੰਦੇ ਬੈਠੋ, ਕਿਵੇਂ ਆਏ? ਸਾਨੂੰ ਔਰੰਗਜ਼ੇਬ ਨੇ ਭੇਜਿਆ ਜੀ, ਆ ਇੱਕ ਚਿੱਠੀ ਦੇ ਕੇ ਭੇਜਿਆ, ਪੱਤਰਕਾ ਦੇ ਕੇ ਭੇਜਿਆ, ਕਹਿੰਦੇ ਲਿਆਓ। ਉਹ ਚਿੱਠੀ ਪੜ੍ਹਨੀ ਕੀਤੀ। ਜਦੋਂ ਸਾਰਾ ਹਾਲ ਚਿੱਠੀ 'ਚੋਂ ਜਾਣਿਆ, ਸਤਿਗੁਰਾਂ ਨੇ ਤੁਰੰਤ ਉਹਦਾ ਜਵਾਬ ਦਿੰਦੇ ਹਨ। ਜਿਸ ਤੇ ਬਖਸ਼ਿਸ਼ ਪ੍ਰਾਪਤ ਤੋਹੀ, ਤਿਸੀ ਪੁਰਖ ਨੇ ਭੇਜਿਓ ਮੋਹੀ। ਜਿਹੜੀ ਗੱਲ ਬਾਬੇ ਨਾਨਕ ਨੇ ਕਲਯੁਗ ਨੂੰ ਕਹੀ ਸੀ, ਉਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਕਹੀ ਹੈ। ਕਹਿੰਦੇ ਜਿਸ ਨੇ ਤੈਨੂੰ ਬਖਸ਼ਿਸ਼ ਕਰਕੇ ਰਾਜ ਦਿੱਤਾ ਨਾ, ਮੈਨੂੰ ਵੀ ਉਸੇ ਪੁਰਖ ਨੇ, ਭਾਵ ਅਕਾਲ ਪੁਰਖ ਨੇ ਭੇਜਿਆ ਹੈ। ਆਓ ਕਰਨ ਕੀ ਹਿਤ ਪਠਾਇਓ, ਬਿਸਰ ਕਿਉ ਤੈ ਦੰਭ ਕਮਾਇਓ। ਸਾਨੂੰ ਕਿਉਂ ਆਉਣਾ ਪਿਆ? ਇਹ ਅਵਤਾਰ ਕਿਉਂ ਆਉਂਦੇ ਹੈ? ਜਦੋਂ ਰਾਜੇ ਪਖੰਡੀ ਹੋ ਜਾਂਦੇ ਹੈ, ਜਦੋਂ ਰਾਜੇ ਜਿਹੜੇ ਹਨ ਜਨਤਾ ਨੂੰ ਚੱਕਰਾਂ ਵਿੱਚ ਪਾ ਕੇ ਜਨਤਾ ਨੂੰ ਲੁੱਟਣ ਤੇ ਜਨਤਾ ਦਾ ਸ਼ੋਸ਼ਣ ਕਰਨ ਤੇ ਲੱਗ ਜਾਂਦੇ ਹੈ, ਜਦੋਂ ਇਹ ਸੋਚਦੇ ਆ ਹੁਣ ਸਾਨੂੰ ਕਿਹੜਾ ਰੋਕਣ ਵਾਲਾ ਹੈ, ਉਦੋਂ ਫਿਰ ਪਰਮੇਸ਼ਰ ਕੋਈ ਕਲਾ ਵਰਤਾਉਂਦਾ। ਕੋਈ ਸਤਨਾਮ ਸੀ ਜ਼ਰੂਰ ਵਰਤਾਉਂਦਾ। ਪਹਿਲਾਂ ਵੀ ਵਰਤਾਈ ਆ, ਅੱਗੇ ਵੀ ਵਰਤਾਊਗਾ, ਵਰਤਾਉਂਦਾ ਆ ਰਿਹਾ ਹੈ। ਜਦੋਂ ਵੀ ਪਾਤਸ਼ਾਹ ਦਾ ਬਚਨ ਹੈ, ਯਦਾ ਯਦਾ ਧਰਮ ਗਲਾਨੀ, ਕ੍ਰਿਸ਼ਨ ਜੀ ਕਹਿੰਦੇ ਆਪਣੀਆਂ ਗੀਤਾ ਦੇ ਵਿੱਚ, ਜਦੋਂ ਧਰਮ ਦੇ ਵਿੱਚ ਗਿਰਾਵਟ ਆਉਂਦੀ ਆ, ਉਦੋਂ ਹੇ ਅਰਜਨ ਮੈਨੂੰ ਆਉਣਾ ਪੈਂਦਾ। ਆਪਾਂ ਦੋਨੇ ਇਕੱਠੇ ਹੀ ਆਉਣੇ ਆ, ਤੂੰ ਤੇ ਮੈਂ। ਤੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੈਨੂੰ ਭੁੱਲ ਗਿਆ, ਤੂੰ ਲੈਣ ਕੀ ਆਇਆ? ਤੈਨੂੰ ਰਾਜ ਕਰਨਾ ਭੁੱਲ ਗਿਆ, ਤੈਨੂੰ ਦੁਨੀਆ ਦੇ ਨਾਲ ਨਿਆਂ ਕਰਨਾ ਭੁੱਲ ਗਿਆ। ਤਾਂ ਉਸੇ ਹੀ ਪੁਰਖ ਨੇ, ਭਾਵ ਅਕਾਲ ਪੁਰਖ ਨੇ ਮੈਨੂੰ ਭੇਜਣਾ ਕੀਤਾ ਹੈ। ਜਾ ਇਹਨਾਂ ਦਾ ਨਿਆਂ ਕਰਾ। ਇਹਨੂੰ ਅਕਲ ਖਤਮ ਹੋ ਗਈ ਲੱਗਦੀ, ਇਹਨੂੰ ਸਮੱਤ ਬਖਸ਼ੋ। ਜਾਏ ਜਹਾਂ ਤੇ ਧਰਮ ਚਲਾਵੋ, ਦੁਸ਼ਟ ਦੋਖੀ ਨੂੰ ਪਕੜ ਪਛਾੜੋ। ਜਿਹੜੇ ਜ਼ੁਲਮ ਕਰਦੇ ਹਨ ਜਨਤਾ ਦੇ ਉੱਤੇ, ਧਰਮ ਨੂੰ ਖਤਮ ਕਰਨ 'ਤੇ ਲੱਗੇ ਹੋਏ ਆ, ਔਰੰਗੇ ਵਰਗੇ, ਜਾ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਓ। ਮੈਨੂੰ ਵੀ ਉਸੇ ਪੁਰਖ ਨੇ ਨਿਆਂ ਕਰਨ ਲਈ ਭੇਜਿਆ ਹੈ ਜੀ। ਜਾਤੀ ਕਿਮਤੀ ਤੁਝ ਸੰਗ ਬਣਿਆਵੈ, ਜੋ ਹਿੰਦੁਨ ਸੰਗ ਬਾਦ ਉਠਾਵੈ। ਤਾਂ ਤੇ ਮਿੱਤਰਾ ਤੇਰੀ ਤੇ ਸਾਡੀ ਨਹੀਂ ਬਣਦੀ। ਤੂੰ ਭਾਰਤ ਵਾਸੀਆਂ ਨੂੰ, ਸ੍ਰਿਸ਼ਟੀ ਨੂੰ, ਜਨਤਾ ਨੂੰ ਦੁੱਖ ਦੇਣ ਤੇ ਲੱਗਿਆ ਹੋਇਆ, ਤੇ ਅਸੀਂ ਇਹ ਦੁੱਖ ਨੂੰ ਖਤਮ ਕਰਨ ਵਾਸਤੇ ਆਏ ਆ। ਇਸ ਕਰਕੇ ਤੇਰੀ ਤੇ ਸਾਡੀ ਬਿਲਕੁਲ ਵੀ ਨਹੀਂ ਬਣਦੀ। ਅਸੀਂ ਤੇਰੇ ਕੋਲੇ ਕਿਵੇਂ ਆ ਜਾਈਏ? ਤੂੰ ਖਲਕਤ ਨੂੰ ਦੁੱਖ ਦਿੱਤਾ ਹੋਇਆ। ਖਲਕਤ ਨੇ ਖੁਦਾਏ ਕੀ ਜਾਣੀ, ਚਾਹਤ ਕਰੀ ਧਰਮ ਕੀ ਹਾਨੀ। ਅਕਾਲ ਪੁਰਖ ਨੂੰ ਤੈਨੂੰ ਰਾਜ ਮਿਲ ਗਿਆ, ਇਹ ਤਾਂ ਤੂੰ ਜਾਣਦਾ ਹੈ, ਤੇ ਤੈਨੂੰ ਇਹ ਨਹੀਂ ਪਤਾ ਵੀ ਇਹ ਖਲਕਤ ਵੀ ਉਸੇ ਅਕਾਲ ਪੁਰਖ ਦੀ ਆ ਜਿਹਦੇ ਉੱਤੇ ਰਾਜ ਕਰਨ ਲਈ ਭੇਜਿਆ ਤੈਨੂੰ। ਇਹ ਗੱਲ ਤੋਂ ਭੁੱਲ ਗਿਆ ਹੈ। ਜਨਤਾ ਨੂੰ ਪਰਮੇਸ਼ਰ ਦੀ ਨਹੀਂ ਮੰਨਦਾ, ਖਲਕਤ ਨੂੰ ਪਰਮੇਸ਼ਰ ਦੀ ਨਹੀਂ ਮੰਨਦਾ,
ਖਲਕ ਦੁਖਾਏ ਖੁਦਾਏ ਕੀ। ਜੇ ਕੋਈ ਖੁਦਾ ਦੀ ਖਲਕਤ ਨੂੰ ਦਿਖਾਉਂਦਾ ਹੈ ਤੇ ਫਿਰ ਕੋਪੇ ਆਪ ਖੁਦਾਏ, ਤੇ ਫਿਰ ਕਮੇਸ਼ਨ ਨੂੰ ਗੁੱਸਾ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਖਤਮ ਕਰ ਦਿੰਦਾ। ਤਾਂ ਪਾਤਸ਼ਾਹ ਜੀ ਕਹਿੰਦੇ ਹਨ ਉਦੋਂ ਤਲਵਾਰ ਚੱਕਣੀ ਜਾਇਜ਼ ਹੋ ਜਾਂਦੀ ਹੈ ਜਦੋਂ ਪਿਆਰ ਨਾਲ ਸਮਝਾਇਆ ਕੋਈ ਨਾ ਮੰਨੇ। ਕਿਉਂਕਾਰ ਅਜਾ ਹਮ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਹੱਥ ਨਾਲ ਸਮਝਾਇਆ, ਮੂੰਹ ਨਾਲ ਸਮਝਾਇਆ ਨਾ ਮੰਨੇ ਤੇ ਫਿਰ ਹੱਥ ਵਿੱਚ ਤਲਵਾਰ ਆਉਣੀ ਜਾਇਜ਼ ਹੈ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਨੂੰ ਭੇਜਿਆ ਹੈ, ਜਿਸ ਪਰਮੇਸ਼ਰ ਨੇ ਤੈਨੂੰ ਰਾਜ ਦੇ ਕੇ ਭੇਜਿਆ, ਤੈਨੂੰ ਰਾਜ ਨਹੀਂ ਕਰਨਾ ਆਉਂਦਾ, ਤਾਈਓ ਸਾਨੂੰ ਆਉਣਾ ਪਿਆ ਜੀ। ਰੁਖਸ਼ਤ ਤਬ ਵਕੀਲ ਕੋ ਕੀਨਾ, ਖਿਲਤ ਦਰਬ ਜੁਤ ਤਿਨ ਕੋ ਦੀਨਾ। ਔਰ ਤੂੰ ਖੁਦਾ ਦੀ ਖਲਕਤ ਨੂੰ ਦੁੱਖ ਦੇ ਰਿਹਾ ਹੈ, ਧਰਮ ਦੀ ਹਾਨੀ ਕਰ ਰਿਹਾ ਹੈ ਤੇ ਸਾਨੂੰ ਆਉਣਾ ਪਿਆ। ਇਹ ਸਾਰੀ ਚਿੱਠੀ ਦਾ ਜਵਾਬ ਲਿਖਵਾ ਕੇ ਪਾਤਸ਼ਾਹ ਨੇ ਉਹ ਵਕੀਲ ਨੂੰ, ਉਸ ਵਜ਼ੀਰ ਨੂੰ ਦਿੱਤੀ ਆ ਤੇ ਨਾਲ ਸਤਿਕਾਰ ਵੀ ਕੀਤਾ ਉਸ ਦਾ। ਕਿਉਂਕਿ ਇੱਕ ਗੁਰੂ ਪਿਆਰਿਓ ਕਾਨੂੰਨ ਹੁੰਦਾ ਹੈਗਾ ਰਾਜਿਆਂ ਦਾ ਕਿ ਜਿਹੜਾ ਚਿੱਠੀ ਲੈ ਕੇ ਆਉਂਦਾ ਜਾਂ ਜਿਹੜਾ ਸੂਹੀਆ ਹੈ ਉਹਨੂੰ ਕੁਛ ਨਹੀਂ ਕਿਹਾ ਜਾਂਦਾ ਗਾ। ਫਿਰ ਖਬਰ ਪਹੁੰਚੂ ਕਿਵੇਂ ਜੇ ਉਸ ਸੂਹੀਏ ਨੂੰ ਮਾਰ ਦਿੱਤਾ, ਕਹੋ ਸਤਨਾਮ। ਇਸ ਕਰਕੇ ਇਹਨੂੰ ਰੁਖਸਤ ਕੀਤਾ, ਪਿਆਰ ਸਹਿਤ ਵਿਦਾ ਕੀਤਾ। ਇਸ ਨੂੰ ਗੁਰੂ ਪਿਆਰਿਓ ਸਤਿਗੁਰਾਂ ਨੇ ਖਿਲਤ ਭਾਵ ਚੋਲਾ, ਦਰਬ, ਮਾਇਆ ਆਦਿ ਦੇਣਾ ਕੀਤਾ, ਕਿਉਂਕਿ ਰਾਜੇ ਵੀ ਲੰਮੇ ਚੋਲੇ ਪਾਉਂਦੇ ਆ ਤੇ ਸਤਿਗੁਰਾਂ ਨੇ ਆਪਣੇ ਕੋਲੋਂ ਇਸ ਨੂੰ ਵਸਤਰ, ਮਾਇਆ ਆਦਿ ਬੇਅੰਤ ਵਸਤੂਆਂ ਦੇ ਕਰਕੇ ਭੇਜਣਾ ਕੀਤਾ ਹੈ। ਗਏ ਜਾਏ ਅਵਰੰਗ ਸੁਨਾਇਓ, ਨਹਿ ਆਵਤ ਲਖ ਅਦਕ ਰਿਸਾਇਓ। ਔਰ ਜਾ ਕਰਕੇ ਉਸ ਵਜ਼ੀਰ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਵੀ ਦੇ ਦਿੱਤੀ ਹੈ ਤੇ ਦੱਸ ਵੀ ਦਿੱਤਾ। ਕਹਿਣ ਲੱਗੇ ਉਹ ਨਹੀਂ ਆਉਂਦੇ, ਉਹ ਤਾਂ ਤੁਹਾਡੀ ਚਿੱਠੀ ਵੇਖ ਕੇ ਬੜੇ ਗੁੱਸੇ 'ਚ ਆ ਗਏ, ਬੜੇ ਜੋਸ਼ ਵਿੱਚ ਆ ਗਏ। ਕਹਿੰਦੇ ਇਤੇ ਪ੍ਰਸੰਗ ਨਰੰਗੇ ਕੀਰਾ, ਸੁਨੋ ਗਿਰੇ ਸੁਨ ਜਥਾ ਬਖੀਰਾ। ਇੱਦਾਂ ਔਰੰਗਜ਼ੇਬ ਦੇ ਕੋਲ ਸੁਨੇਹਾ ਪਹੁੰਚ ਗਿਆ। ਹੁਣ ਉਧਰ ਔਰੰਗਜ਼ੇਬ ਤਿਆਰੀਆਂ ਕਰਨ ਲੱਗੇ ਹੈ। ਆਪਾਂ ਵੇਖਦੇ ਹਾਂ ਪਹਾੜਾਂ ਦੇ ਵਿੱਚ ਕੀ ਹੋ ਰਿਹਾ ਹੈ। ਲੂਟ ਕੂਟ ਕਰ ਸਦਾ ਲੜਾਈ, ਕਰਤ ਸਿੰਘ ਵਿਚਰਤ ਸਮੁਦਾਈ। ਹੁਣ ਜਦੋਂ ਸਿੰਘ ਜਾਂਦੇ ਆ ਪਹਾੜਾਂ ਦੇ ਇਲਾਕੇ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਆ ਤੇ ਅੱਗੋਂ ਪਹਾੜੀਏ ਮੋਟੀ ਮੱਤ ਵਾਲੇ ਲੜ ਪੈਂਦੇ ਆ। ਜੇ ਸਿੰਘ ਘੋੜਿਆਂ ਦੇ ਵਾਸਤੇ ਘਾਹ ਦਾਣਾ ਆਦਿ ਲੈਣ ਜਾਂਦੇ ਆ ਜੰਗਲਾਂ ਦੇ ਵਿੱਚੋਂ ਤਾਂ ਉਹਨਾਂ ਨਾਲ ਲੜ ਪੈਂਦੇ ਆ। ਇਸ ਤਰ੍ਹਾਂ ਫਿਰ ਸਿੰਘ ਜਿਹੜਾ ਕਿਹੜਾ ਘੱਟ ਸੀਗੇ ਉਹ ਵੀ ਫਿਰ ਉਹਨਾਂ ਨੂੰ ਲੁੱਟ ਕੁੱਟ ਕੇ ਆਉਂਦੇ ਤੇ ਉਹ ਜੋ ਚੀਜ਼ਾਂ ਲਿਆਉਣੀਆਂ, ਹੁਣ ਘੋੜਿਆਂ ਦਾ ਦਾਣਾ ਤਾਂ ਖੇਤਾਂ 'ਚ ਮਿਲਣਾ ਤੇ ਖੇਤ ਪਹਾੜਾਂ ਦੇ ਹਨ, ਪਹਾੜਾਂ 'ਚ ਹੀ ਮਿਲਣਾ। ਇਸ ਕਰਕੇ ਫਿਰ ਲੜਾਈਆਂ ਰਹਿਣ ਲੱਗੀਆਂ ਪਹਾੜੀ ਇਲਾਕੇ 'ਚ ਇਹਨਾਂ ਦੇ ਨਾਲ। ਇਸ ਰਨ ਕੋ ਸੁਨ ਦੇਸ਼ ਵਿਦੇਸ਼, ਮਿਲ ਸਿੱਖ ਸੰਗਤ ਆਏ ਵਿਸ਼ੇਸ਼। ਜਿਹੜਾ ਪਿੱਛੇ ਜੰਗ ਹੋਇਆ ਹੈਗਾ ਉਸ ਜੰਗ ਦੀ ਖਬਰ ਸੁਣ ਕੇ ਜਿਹੜਾ ਪਹਾੜੀਆਂ ਨਾਲ ਪਹਿਲਾਂ ਹੋਇਆ, ਥੋੜ੍ਹਾ ਸਮਾਂ ਪਾਤਸ਼ਾਹ ਕਿਲੇ ਤੋਂ ਬਾਹਰ ਨਿਕਲੇ ਸੀਗੇ, ਨਿਰਮੋਹ ਦੀ ਪਹਾੜੀ ਦੇ ਉੱਤੇ ਬੈਠ ਕੇ ਵੀ ਥੋੜ੍ਹਾ ਜੰਗ ਕੀਤਾ। ਫਿਰ 5-7 ਰਾਜਿਆਂ ਨੂੰ ਮਿਲ ਕੇ ਘੁੰਮ ਘੁਮਾ ਕੇ ਵਾਪਸ ਫਿਰ ਕਿਲ੍ਹਾ ਸਾਹਿਬ 'ਚ ਆ ਗਏ ਹਨ, ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ। ਔਰ ਇਹ ਜਦੋਂ ਖਬਰ ਪਹੁੰਚੀ ਆਸੇ ਪਾਸੇ ਨਗਰਾਂ ਦੇ ਵਿੱਚ ਬਈ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀਆਂ ਨੇ ਜੰਗ ਕਰ ਲਿਆ ਹੈ, ਤਾਂ ਇਹ ਗੱਲ ਸੁਣ ਕੇ ਬਹੁਤ ਸਾਰੇ ਨੌਜਵਾਨ ਯੋਧੇ, ਸਿੰਘ ਸੂਰਮੇ, ਸਿੱਖਾਂ ਦੇ ਪੁੱਤਰ ਢਾਈ ਕਰਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਆਉਣ ਲੱਗੇ ਜੀ। ਤਿਨ ਪ੍ਰਤੀ ਆਏ ਹਜ਼ਾਰੋਂ ਪਏ, ਸ਼ਾਸਤਰ ਧਰੇ ਵਿਚਰਨ ਗਿਰ ਲਏ। ਔਰ ਰੋਜ਼ਾਨਾ ਦਿਨ ਦੁੱਗਣੀ ਰਾਤ ਚੌਗਣੀ ਬੇਅੰਤ ਸਿੰਘ ਆਉਣ ਲੱਗੇ, ਬੇਅੰਤ ਸਿੱਖਾਂ ਦੇ ਪੁੱਤਰ ਆਉਣ ਲੱਗੇ, ਚੜ੍ਹਦੀ ਕਲਾ ਦੇ ਨੌਜਵਾਨ ਗੁਰੂ ਕੀ ਫੌਜ ਵਿੱਚ ਭਰਤੀ ਹੋਣ ਲੱਗੇ ਤੇ ਗੁਰੂ ਸਾਹਿਬ ਉਹਨਾਂ ਨੂੰ ਘੋੜੇ ਸ਼ਸਤਰ ਆਦਿ ਵੰਡਣ ਲੱਗੇ। ਔਰ ਸ਼ਸਤਰ ਪਹਿਨ ਕਰਕੇ ਗੁਰੂ ਕਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣ ਕੇ ਸ਼ਸਤਰ ਪਹਿਨ ਕੇ ਚੜ੍ਹਦੀ ਕਲਾ ਦੇ ਨਾਲ ਘੋੜਿਆਂ ਤੇ ਚੜ੍ਹ ਕੇ ਫਿਰ ਜਦੋਂ ਪਹਾੜੀ ਇਲਾਕੇ ਵਿੱਚ ਫੌਜਾਂ ਵਿਚਰਦੀਆਂ, ਦੇਖਿਓ ਬੜੋ ਕਸੂਤ ਕੋ ਗੁਰ ਕੀ ਜਬਰੀ ਬਾਤ। ਜਿਸ ਵੇਲੇ ਪਹਾੜੀ ਐਦਾਂ ਦਾ ਮਾਹੌਲ ਦੇਖਦੇ ਨੇ ਬਈ ਅਸੀਂ ਤਾਂ ਸੋਚਦੇ ਸੀ ਔਰੰਗਜ਼ੇਬ ਫੌਜ ਭੇਜੂਗਾ ਤੇ ਅਸੀਂ ਇਹਨਾਂ ਨੂੰ ਫੜ ਲਵਾਂਗੇ, ਦਿੱਲੀ ਦੀ ਜੇਲ੍ਹ 'ਚ ਪਾ ਦਿਆਂਗੇ, ਪਰ ਇਹ ਤਾਂ ਉਲਟਾ ਹੋਰ ਵੀ ਕੰਮ ਵਧਾ ਲਿਆ। ਇਹਨੇ ਤਾਂ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਦੇ ਕੋਲ ਤਾਂ ਜਿਹੜੀ ਫੌਜ ਹੈ ਜਾਂ ਇਹਦੇ ਸਿੱਖ ਹੈ ਜਿਹੜੇ ਉਹ ਵੱਧਦੇ ਜਾ ਰਹੇ ਹਨ। ਪੰਥ ਖਾਲਸਾ ਮਿਟਤ ਨਹਿ, ਬਦਤ ਜਾਤ ਅਵਦਾਤ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਕੇ ਕੋਲ ਕਿੰਨੀ ਕੁ ਫੌਜ ਹੈ। ਦੇਖੋ ਪਿੱਛੇ ਆਪਾਂ ਸਰਵਣ ਕੀਤੀ ਜੰਗ, 1 ਲੱਖ ਸਵਾ ਲੱਖ ਫੌਜ ਲੈ ਕਰਕੇ ਸੈਦ ਖਾਨ ਆਇਆ ਸੀ
ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 500 ਸਿੰਘਾਂ ਨੂੰ ਲੈ ਕੇ ਉਹਨਾਂ ਨੂੰ ਖਦੇੜ ਦਿੱਤਾ। ਕਾਫੀ ਮਾਰ ਦਿੱਤੇ, ਕਾਫੀ ਭੱਜ ਗਏ, ਜਿਨ੍ਹਾਂ ਨੇ ਜਾ ਕੇ ਔਰੰਗੇ ਕੋਲ ਰੋਣਾ ਕੀਤਾ ਸੀਗਾ ਕਿ ਰਾਜਾ ਸਾਹਿਬ ਉਹ ਤਾਂ ਬੜੇ ਭਿਆਨਕ ਹੈ, ਉਹ ਤਾਂ ਕੱਲਾ ਕੱਲਾ ਹਜ਼ਾਰਾਂ ਨੂੰ ਮਾਰੀ ਜਾਂਦਾ ਹੈ। ਅਸੀਂ ਇੱਕ ਵਾਰੀ ਜ਼ੋਰ ਪਾ ਕੇ ਲੁੱਟਮਾਰ ਕੀਤੀ ਸੀ, ਪਰ ਦੁਬਾਰਾ ਸਾਡੇ ਵਾਪਸ ਆਉਂਦਿਆਂ 'ਤੇ ਹਮਲਾ ਕਰਕੇ ਸਾਥੋਂ ਸਭ ਕੁਝ ਖੋਹ ਲਿਆ ਅਤੇ ਨਾਲੇ ਸਾਡੇ ਬਹੁਤ ਸਾਰੇ ਫੌਜੀ ਮਾਰ ਦਿੱਤੇ ਹਨ। ਇਹ ਜਾ ਕੇ ਔਰੰਗੇ ਨੂੰ ਦੱਸਦੇ ਆ। ਤਾਂ ਹੁਣ ਇਹ ਪਹਾੜੀਏ ਵੀ ਸੋਚਦੇ ਹੈ ਕਿ ਅਸੀਂ ਚਾਹੁੰਦੇ ਹਾਂ ਖਾਲਸੇ ਨੂੰ ਖਤਮ ਕਰ ਦਈਏ, ਪਰ ਇਹ ਤਾਂ ਉਲਟਾ ਵੱਧਦਾ ਜਾਂਦਾ। ਭੀਮ ਚੰਦ ਦੁੱਖ ਪਾਏ ਕਨੇਰਾ, ਗ੍ਰਾਮ ਉਜਾਰੇ ਬਹੁ ਬਦਹੀਰਾ। ਹੁਣ ਭੀਮ ਚੰਦ ਬੜਾ ਦੁਖੀ ਹੈ। ਹੁਣ ਸਿੰਘਾਂ ਨੇ ਤਾਂ ਵਿਚਰਨਾ ਹੀ ਆ। ਹੁਣ ਸਿੰਘ ਕਿੱਥੇ ਵਿਚਰਨਗੇ ਹੋਰ ਬਈ, ਜਦੋਂ ਪਹਾੜੀ ਇਲਾਕੇ ਰਹਿੰਦੇ ਉੱਥੇ ਵਿਚਰਨਾ। ਭੀਮ ਚੰਦ ਉਹਨਾਂ ਦਾ ਆਉਣਾ, ਉਹਨਾਂ ਦੇ ਜੰਗਲ ਵਿੱਚ ਵਿਚਰਨਾ, ਉਹਨਾਂ ਦਾ ਸ਼ਿਕਾਰ ਆਦਿ ਖੇਡਣਾ ਦੇਖ ਕੇ ਬੜਾ ਦੁਖੀ ਹੁੰਦਾ ਹੈ। ਗੁਰੂ ਸੂਰ ਮਾਰਨ ਤੈ ਆਹੈ, ਸਦਾ ਜੰਗ ਚਿਤ ਚਾਹਤ ਰਹੈ। ਔਰ ਭੀਮ ਚੰਦ ਨੂੰ ਇਹ ਵੀ ਜੱਜਮੈਂਟ ਹੋ ਗਈ ਹੈ ਕਿ ਗੁਰੂ ਯੋਧਾ ਹੈ ਔਰ ਗੁਰੂ ਜੰਗ ਤੋਂ ਡਰਦਾ ਨਹੀਂ, ਔਰ ਇਹਨੂੰ ਕੋਈ ਹਰਾਉਣ ਵਾਲਾ ਵੀ ਨਹੀਂ ਜੰਮਿਆ। ਇਹਨਾਂ ਨੇ ਵੱਡੇ ਵੱਡੇ ਆਪਦੇ ਯੋਧੇ ਮਰਵਾ ਲਏ ਨੇ ਤੋਂ ਪਹਿਲਾਂ, ਇਸ ਕਰਕੇ ਜੱਜਮੈਂਟ ਕਰ ਚੁੱਕੇ ਆ ਕਈ ਜੰਗ ਕਰਕੇ। ਬਿਬਸ ਕੱਚ ਜਤਨ ਨਾ ਜਾਣਿਓ, ਹੋਨ ਪਕਾਰੋ ਮਿਲ ਮਤ ਠਾਨਿਓ। ਬੇਵਸ ਹੋ ਗਿਆ, ਅਸੀਂ ਕੁਝ ਨਹੀਂ ਕਰ ਸਕਦੇ। ਬੇਵਸ ਹੋਇਆ ਹੁਣ ਇਹ ਮਿਲਣਾ ਚਾਹੁੰਦਾ ਹੈ। ਸਭ ਰਾਜ ਰਨੀਕੀ ਮਨ ਮਾਨੀ, ਲੀਕਰ ਧਨ ਗਨ ਤਿਆਰੀ ਖਾਨੀ। ਔਰ ਹੁਣ ਇਹ ਭੀਮ ਚੰਦ ਨੇ ਆਪਦੇ ਸਾਰੇ ਪਹਾੜੀ ਰਾਜੇ ਇਕੱਠੇ ਕੀਤੇ ਔਰ ਉਹਨਾਂ ਦੇ ਕੋਲੋਂ ਪੈਸਾ ਇਕੱਠਾ ਕੀਤਾ। ਕਿਹਨੂੰ ਦੇਣ ਵਾਸਤੇ? ਔਰੰਗਜ਼ੇਬ ਨੂੰ ਦੇਣ ਵਾਸਤੇ। ਬਈ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਦੇਵਾਂਗੇ ਮਾਇਆ, ਉਹਨਾਂ ਨੂੰ ਕਹਾਂਗੇ ਸਾਨੂੰ ਫੌਜ ਦਿਓ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਹੈ। ਬੇਵਸ ਹੋਏ ਇਹਨਾਂ ਨੇ ਜਿਹੜਾ ਹੈ ਬਹੁਤ ਸਾਰੀ ਮਾਇਆ ਇਕੱਤਰ ਕੀਤੀ ਹੈ ਦੋਹਰਾ। ਭੀਮ ਚੰਦ ਕਹਿਲੂਰੀਆ, ਦੀਨ ਹਡੂਰੀ ਨਾਲ। ਇਸ ਤਰ੍ਹਾਂ ਭੀਮ ਚੰਦ, ਕਹਿਲੂਰੀਆ ਤੇ ਹੰਡੂਰੀਆ, ਇਹ ਤਿੰਨੇ ਰਾਜੇ ਇਕੱਠੇ ਹੋ ਕੇ ਮਾਇਆ ਦੀਆਂ ਥੈਲੀਆਂ ਰੱਖ ਕਰਕੇ ਹਾਥੀਆਂ 'ਤੇ ਜਾਂ ਘੋੜਿਆਂ 'ਤੇ ਚੱਲ ਪਏ ਹਨ। ਹਰੇ ਕੂਚ ਕਰ ਦਰ ਕੂਚ ਕੋ, ਦਿੱਲੀ ਗਏ ਉਤਾਲ। ਹਾਂ, ਕੂਚ ਦਰ ਕੂਚ, ਭਾਵ ਬਹੁਤ ਥੋੜ੍ਹਾ ਰੁਕਦੇ ਆ, ਜ਼ਿਆਦਾ ਚੱਲਦੇ ਆ। ਹਨੇਰੇ 'ਚ ਤਾਂ ਰੁਕਣਾ ਹੀ ਪੈਂਦਾ, ਪਰ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਤੁਰ ਪੈਂਦੇ ਆ। ਬੜੀ ਤੇਜ਼ੀ ਦੇ ਨਾਲ ਇਹ ਕਾਹਲੀ ਦੇ ਨਾਲ ਦਿੱਲੀ ਪਹੁੰਚ ਗਏ। ਦੇ ਕਰ ਭੇਟ ਬਹੁਤ ਬਿਦਨਾਨਾ, ਗਰੀਬ ਨਿਭਾਏ ਸਲਾਮ ਬਖਾਨਾ। ਔਰ ਜਾ ਔਰੰਗੇ ਨੂੰ ਸਲਾਮ ਕਰਦੇ ਆ। ਸਤਿਗੁਰੂ ਇਹਨਾਂ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਉਣਾ ਚਾਹੁੰਦੇ ਸੀਗੇ, ਪਰ ਇਹਨਾਂ ਨੇ ਸੋਚਿਆ ਨਹੀਂਗਾ। ਇਹਨਾਂ ਨੇ ਸੋਚਿਆ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦਾ ਹੈ। ਗੁਰੂ ਪਾਤਸ਼ਾਹ ਤਾਂ ਇਹਨਾਂ ਨੂੰ ਹਮੇਸ਼ਾ ਲਈ ਰਾਜੇ ਬਣਾਉਣਾ ਚਾਹੁੰਦਾ ਸੀ। ਜਿਸ ਵੇਲੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਤੇ ਬੰਦਾ ਸਿੰਘ ਬਹਾਦਰ ਦਾ ਜਰੌਲਾ ਪਿਆ ਹੋਇਆ ਕਿਸਾਨਾਂ ਦਾ, ਜਿਹੜਾ ਵੱਡੇ ਵੱਡੇ ਕਾਰਪੋਰੇਟਾਂ ਦੇ ਹੱਥ ਵਿੱਚ ਸਾਰਾ ਪ੍ਰਬੰਧ ਹਿੰਦੁਸਤਾਨ ਦਾ ਕਰਨਾ ਚਾਹੁੰਦੀਆਂ ਅੱਜ ਦੀਆਂ ਸਰਕਾਰਾਂ। ਇਹ ਪਹਿਲਾਂ ਵੀ ਇੱਦਾਂ ਹੀ ਸੀਗਾ। ਬੰਦਾ ਸਿੰਘ ਬਹਾਦਰ 'ਤੇ ਆਉਣ ਤੋਂ ਪਹਿਲਾਂ ਅਮੀਰਾਂ ਦੇ ਹੱਥਾਂ ਵਿੱਚ ਪ੍ਰਬੰਧ ਸੀਗਾ। ਆਮ ਜਨਤਾ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ, ਉਹ ਵੀ ਓਨੀ ਕੁ ਜਿੰਨੀ ਕੁ ਨਾਲ ਜਿਉਂਦੇ ਰਹਿ ਸਕਣ। ਇਹੀ ਕੰਮ ਦੁਬਾਰੇ ਕਰਨ ਨੂੰ ਫਿਰਦੇ ਨੇ। ਇਸ ਕਰਕੇ ਗੁਰੂ ਪਿਆਰਿਓ, ਬੰਦਾ ਸਿੰਘ ਬਹਾਦਰ ਨੇ ਜਦ ਫਿਰ ਇੱਧਰ ਚੜ੍ਹਾਈ ਕੀਤੀ ਨੰਦੇੜ ਸਾਹਿਬ, ਹਜ਼ੂਰ ਸਾਹਿਬ ਤੋਂ ਚੱਲ ਕੇ, ਅਤੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਘਾਟਾਂ ਸੀ ਜਨਤਾ ਦੇ ਵਿੱਚ ਜਾਂ ਚੌਧਰੀਆਂ ਰਾਜਿਆਂ ਦੇ ਵਿੱਚ, ਉਹ ਸਾਰੀ ਉਹਨਾਂ ਕੋਲੋਂ ਜ਼ਮੀਨ ਜਿਹੜਾ ਵਾਹੁੰਦਾ ਸੀ ਉਹਨਾਂ ਨੂੰ ਵੰਡ ਕੇ ਉਹਨਾਂ ਨੂੰ ਮਜਾਰਿਆਂ ਤੋਂ ਮਾਲਕ ਬਣਾਇਆ ਸੀਗਾ। ਖੈਰ, ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਜਾ ਮਿਲੇ ਹਨ ਔਰੰਗਜ਼ੇਬ ਨੂੰ, ਬਹੁਤ ਸਾਰੀ ਮਾਇਆ ਭੇਟ ਕਰਦੇ ਹਨ। ਮਿਲ ਸੂਫੀ ਸੰਗ ਅਰਜ ਗੁਜ਼ਾਰੀ, ਇੱਕ ਹਜ਼ਰਤ ਹੈ ਓਟ ਹਮਾਰੀ। ਗੁਲਾਮਾਂ ਦੀ ਨਿਆਈ ਜਾ ਕੇ ਉਹਨੂੰ ਮੱਥੇ ਟੇਕਦੇ ਆ, ਸਲਾਮਾਂ ਕਰਦੇ ਆ, ਨਾਲੇ ਕਹਿੰਦੇ ਰਾਜਾ ਸਾਹਿਬ ਬਸ ਇੱਕ ਤੁਹਾਡਾ ਹੀ ਆਸਰਾ ਹੈ। ਸੰਮਤ ਬੀਤੀ ਚੜ ਗਏ ਹੋ, ਆਪਣੇ ਥਾਨ ਤੁਮੇ ਕਰ ਦਿਓ। ਕਹਿਣ ਲੱਗਿਆ ਮਹਾਰਾਜ ਬਹੁਤ ਸਾਲ ਬਤੀਤ ਹੋ ਗਏ, ਜਦੋਂ ਰਾਜਾ ਚੜ੍ਹਾਈ ਕਰ ਗਿਆ ਪਹਿਲਾਂ ਵਾਲਾ, ਤੇ ਤੁਹਾਨੂੰ ਆਪਣੇ ਥਾਂ ਤੇ ਰਾਜ ਦੇ ਗਿਆ। ਜਾਤੇ ਹਮਰੇ ਹੋ ਰਖਵਾਰੇ, ਚੋਰ ਜ਼ੁਲਮ ਚੋ ਕਰੇ ਨਿਰਵਾਰੇ। ਔਰ ਪਹਿਲਾਂ ਸ਼ਾਹਜਹਾਂ ਸਾਡੇ ਤੇ ਕਿਰਪਾ ਕਰਦਾ ਸੀਗਾ, ਤੇ ਹੁਣ ਤੁਹਾਨੂੰ ਰਾਜ ਦਿੱਤਾ ਹੋਇਆ ਹੈ।
ਜਿਹੜਾ ਸਾਡੇ ਤੇ ਜ਼ੋਰ ਜ਼ੁਲਮ ਕਰਦਾ ਹੈ ਉਸ ਤੋਂ ਸਾਡੀ ਸ਼ਾਹਜਹਾਂ ਰਕਸ਼ਾ ਕਰਿਆ ਕਰਦਾ ਸੀਗਾ। ਹੁਣ ਤੁਸੀਂ ਸਾਡੇ ਤੇ ਜਿਹੜਾ ਜ਼ੁਲਮ ਹੋ ਰਿਹਾ ਉਸ ਤੋਂ ਬਚਾ ਸਕਦੇ ਹੋ। ਆਗੇ ਤੁਮੇ ਹਮਾਇਤ ਕਰੀ 10,000 ਸੈਨਾ ਬਲ ਭਰੀ। ਪਹਿਲਾਂ ਵੀ ਇੱਕ ਵਾਰੀ ਤੁਸੀਂ 10,000 ਫੌਜ ਦੇ ਕੇ ਸਾਡੀ ਮਦਦ ਕੀਤੀ ਸੀ। ਪਾਠ ਉਪਰਾਲਾ ਕੀਨ ਹਮਾਰਾ ਮਚਿਓ ਜੁੱਧ ਦਾਰੁਨ ਤਿਸ ਬਾਰਾ। ਔਰ ਤੁਸੀਂ ਉਪਰਾਲਾ ਕਰਕੇ ਫੌਜ ਭੇਜ ਕੇ ਬੜਾ ਸਾਡਾ ਫਾਇਦਾ ਕੀਤਾ ਸੀ। ਉਦੋਂ ਬੜਾ ਭਿਆਨਕ ਜੰਗ ਹੋਇਆ ਸੀ। ਪੁਨ ਸਰਹੰਦ ਕੋ ਸੂਬਾ ਗਿਓ ਡਰ ਕਰ ਗੁਰ ਸਿਰਤਾ ਤਟ ਲਿਓ। ਸਰਹੰਦ ਦਾ ਸੂਬੇਦਾਰ ਆ ਗਿਆ। ਗੁਰੂ ਜੀ ਨੇ ਲੜਾਈ ਕਰਕੇ ਦਰਿਆ ਦੇ ਕਿਨਾਰੇ ਦੀ ਓਟ ਲੈ ਲਈ। ਸੁਣ ਸੂਬੇ ਗਿਰਪਤ ਸਮਝਾਏ ਸ਼ਾਹ ਨਿਕਟ ਗਮਨੋ ਬਨ ਆਏ। ਉਸ ਵੇਲੇ ਸਾਨੂੰ ਸਰਹੰਦ ਦੇ ਸੂਬੇਦਾਰ ਨੇ ਸਲਾਹ ਦਿੱਤੀ ਸੀ ਵੀ ਇਸ ਤਰ੍ਹਾਂ ਇਹ ਕਾਬੂ 'ਚ ਆਉਣ ਵਾਲੇ ਨਹੀਂ ਸਿੰਘ। ਤੁਸੀਂ ਵੱਡੇ ਰਾਜੇ ਕੋਲ ਜਾਓ, ਔਰੰਗਜ਼ੇਬ ਦੇ ਕੋਲੋਂ ਪਹਿਲਾਂ ਸਾਰੀ ਮਦਦ ਲਓ, ਫਿਰ ਅਸੀਂ ਵੀ ਰਲ ਜਾਾਂਗੇ। ਲਿਖ ਪਟੋ ਸਕਲ ਅਹਿਵਾਲ ਜ਼ੁਲਮੀ ਤੁਮ ਪਰ ਹੋਤ ਕਮਾਲ। ਔਰ ਸਰਹੰਦ ਦਾ ਸੂਬਾ ਕਹਿੰਦਾ ਤੁਸੀਂ ਆਪ ਜਾਓ ਤੇ ਮੈਂ ਚਿੱਠੀ ਲਿਖ ਕੇ ਭੇਜ ਦੂੰਗਾ, ਤੁਹਾਡੀ ਸਿਫਾਰਿਸ਼ ਕਰ ਦੂੰਗਾ। ਔਰੰਗਜ਼ੇਬ ਦੇ ਕੋਲ ਸਾਰਾ ਹਾਲ ਲਿਖ ਕੇ ਭੇਜ ਦੂੰਗਾ ਬਈ ਵਿਚਾਰੇ ਬਹੁਤ ਦੁਖੀ ਹੈ, ਇਹਨਾਂ ਦੀ ਮਦਦ ਕਰੋ। ਤੋ ਰਾਜਾ ਸਾਹਿਬ ਜੀ ਬਾਦਸ਼ਾਹ ਪਾਸੋਂ ਵੱਡੇ ਲਸ਼ਕਰ ਦਾ ਹੁਕਮ ਲੈ ਕੇ ਆਓ। ਸਰਹੰਦ ਦਾ ਸੂਬੇਦਾਰ ਕਹਿੰਦਾ ਵੀ ਚਲੋ ਥੋੜਾ ਬਹੁਤਾ ਕੰਮ ਤਾਂ ਮੈਂ ਕਰਵਾ ਸਕਦਾ, ਪਰ ਇਹ ਵੱਡਾ ਕੰਮ ਹੋ ਗਿਆ। ਹੁਣ 1000 2000 10,000 20,000 ਨਾਲ ਨਹੀਂ ਕਾਬੂ 'ਚ ਆਉਂਦਾ। ਇੱਥੇ ਤਾਂ ਲੱਖਾਂ ਦੀ ਗਿਣਤੀ ਵਿੱਚ ਫੌਜ ਲਾਉਣੀ ਪੈਣੀ ਹੈ ਤੇ ਇਹਦਾ ਹੁਕਮ ਔਰੰਗਜ਼ੇਬ ਤੋਂ ਲੈਣਾ ਪੈਣਾ, ਵੱਡੇ ਰਾਜੇ ਤੋਂ ਲੈਣਾ ਪੈਣਾ। ਇੱਕ ਸਲਾਹ ਜਾਨ ਸਭ ਰਾਜੇ ਮਿਲੀ ਸ਼ਾਹ ਬਿਨ ਬਨੇ ਨਾ ਕਾਜੇ। ਤਾਂ ਸਰਹੰਦ ਦੇ ਸੂਬੇ ਦੀ ਸਲਾਹ ਦੇ ਨਾਲ ਅਸੀਂ ਵੀ ਸੋਚਿਆ ਵੀ ਗੱਲ ਸਹੀ ਹੈ, ਜਿੰਨਾ ਕੁ ਉਹਦੇ ਹੱਥ ਵਿੱਚ ਆ ਉਹਨਾਂ ਕੀ ਉਹ ਕਰ ਸਕਦਾ ਹੈ। ਰਾਜਾ ਸਾਹਿਬ ਅਸੀਂ ਉਸ ਦੀ ਸਲਾਹ ਦੇ ਨਾਲ ਅੱਜ ਤੁਹਾਨੂੰ ਮਿਲਣ ਆਏ ਹਾਂ ਕਿ ਤੁਹਾਡੇ ਮਿਲੇ ਤੋਂ ਬਗੈਰ ਸਾਡੀ ਗੱਲ ਨਹੀਂ ਬਣਨੀ ਜੀ। ਸੂਬੇ ਤੇ ਹੈ ਵਾਲ ਲਿਖਾਇਓ ਨਿਜ ਪਾਂਚਨ ਤੇ ਪ੍ਰਥਮ ਪਠਾਇਓ। ਔਰ ਇਧਰ ਸੂਬੇਦਾਰ ਸਰਹੰਦ ਦੇ ਸੂਬੇ ਨੇ ਵੀ ਸਾਰਾ ਆਪਣੇ ਵਜ਼ੀਰ ਕੋਲੋਂ ਹਾਲ ਲਿਖਵਾ ਕੇ ਚਿੱਠੀ ਦੇ ਵਿੱਚ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਔਰੰਗੇ ਕੋਲ ਚਿੱਠੀ ਭੇਜ ਦਿੱਤੀ ਆ। ਦੁਰਗ ਗੁਲ ਕੰਡਾ ਬੜ ਜਹਾ ਲਰਤਨ ਰੰਗਾ ਬਾਸਿਉ ਤਹਾ। ਤਾਂ ਉਸ ਵੇਲੇ ਜਿੱਥੇ ਅੱਜ ਗੋਲ ਕੁੰਡੇ ਦਾ ਕਿਲਾ ਹੈ ਵੱਡਾ ਨਰੰਗਾ, ਉੱਥੇ ਜੰਗ ਵਿੱਚ ਲੱਗਿਆ ਹੋਇਆ ਸੀ। ਨੌਵੇਂ ਪਾਤਸ਼ਾਹ ਕੇ ਸਾਥ ਕਰੀ ਅਵਗਿਆ ਦਿੱਲੀ ਨਾਥ। ਔਰ ਇਸ ਦਿੱਲੀ ਦੇ ਰਾਜੇ ਨੇ ਆਪ ਜੀ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਜੀ ਦੇ ਨਾਲ ਵੀ ਧੱਕਾ ਕੀਤਾ, ਬੇਅਦਬੀ ਕੀਤੀ, ਉਹਨਾਂ ਨੂੰ ਸ਼ਹੀਦ ਕੀਤਾ ਹੈ। ਸਭ ਕੋ ਨਹੀਂ ਬਸਨਪੁਰ ਪਾਇਓ ਵਿਸ ਮੁਹੰਮਲੇ ਦੱਖਣ ਤਾਇਓ। ਔਰ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਤੇ ਫਿਰ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਸੀ ਸਿੱਖ, ਉਹਨਾਂ ਦੀਆਂ ਰੂਹਾਂ ਨੇ ਇਸ ਨੂੰ ਦਿੱਲੀ ਵਿੱਚ ਨਹੀਂ ਸੌਣ ਦਿੱਤਾ। ਕੋ ਸਤਨਾਮ ਸੀ। ਪਿੱਛੇ ਪੜ੍ਹਿਆ ਸੀ ਆਪਾਂ ਕਿ ਔਰੰਗਜ਼ੇਬ ਜਦੋਂ ਸੌਂਦਾ ਰਾਤਾਂ ਨੂੰ ਇਹੋ ਜਿਹੇ ਸੁਪਨੇ ਡਰਾਵਣੇ ਭਿਆਨਕ ਆਉਂਦੇ ਆ। ਅਸਲ ਵਿੱਚ ਉਹਨੂੰ ਸੁਪਨਾ ਨਹੀਂ ਕਹਿ ਸਕਦੇ, ਸੱਚੀ ਮੁੱਚੀ ਉਹ ਰੂਹਾਂ ਆ ਕੇ ਇਸ ਨੂੰ ਡਰਾਉਂਦੀਆਂ ਨੇ ਔਰ ਇਸ ਨੂੰ ਆਵਾਜ਼ਾਂ ਆਉਂਦੀਆਂ ਆਪਣੇ ਪੁਰਾਣੇ ਮਕਾਨਾਂ ਦੇ ਵਿੱਚੋਂ, ਮਹਿਲਾਂ ਦੇ ਵਿੱਚੋਂ, ਬਈ ਤੂੰ ਇੱਥੇ ਨਹੀਂ ਸੌਂ ਸਕਦਾ, ਹੁਣ ਇਹ ਦਿੱਲੀ ਤੇਰੀ ਨਹੀਂ ਗੁਰੂ ਤੇਗ ਬਹਾਦਰ ਦੀ ਹੋ ਚੁੱਕੀ ਆ। ਕੋ ਸਤਨਾਮ, ਜਿੱਥੇ ਉਹਨਾਂ ਦਾ ਸੀਸ ਲੱਗੇ ਆ, ਇਹ ਦਿੱਲੀ ਸਾਡੀ ਆ, ਹੁਣ ਤੂੰ ਇੱਥੋਂ ਨਿਕਲ ਜਾ, ਤੈਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ। ਉਸ ਦਿਨ ਤੋਂ ਬਾਅਦ ਫਿਰ ਇਹ ਔਰੰਗਾ ਜਦ ਇੱਥੇ ਇਹਨੂੰ ਨੀਂਦ ਨਾ ਆਈ ਤੇ ਕਿਸੇ ਸਿਆਣੇ ਨੇ ਕਿਹਾ ਵੀ ਜੇ ਤੈਨੂੰ ਇੱਦਾਂ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਜ਼ਰੂਰ ਤੈਨੂੰ ਦਿੱਲੀ ਛੱਡ ਕੇ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਰਹਿਣਾ ਪੈਣਾ। ਫਿਰ ਇਸ ਨੇ ਦਿੱਲੀ ਦੀ ਹੱਦ ਟੱਪ ਕੇ ਫਿਰ ਇੱਕ ਨਗਰ ਨਵਾਂ ਵਸਾਇਆ ਜੰਗਲ ਵਿੱਚ ਜਾ ਕੇ, ਔਰੰਗਾਬਾਦ, ਉੱਥੇ ਜਾ ਕੇ ਰਹਿਣ ਲੱਗਿਆ ਸੀ। ਬਿਲੰਦ ਮੂੜ ਚਵਗਤਾ ਗੁਰਸਨ ਦਵੈਖੀ ਮਹਾਕਪਤਾ। ਅੱਜ ਦੀਆਂ ਸਰਕਾਰਾਂ ਵਾਂਗੂ ਇਹ ਵੀ ਬੜਾ ਜਿੱਦੀ ਸੀ, ਕਹਿੰਦੇ ਹੱਠੀ ਚਵਗਤਾ। ਵੈਸੇ ਸਾਡੀ ਤਾਂ ਇਹ ਜੇ ਗੱਲ ਕਹੀਏ ਤੇ ਅਸੀਂ ਇਹਨੂੰ ਚੌਰਾ ਕਹਿੰਦੇ ਆ। ਕਹੋ ਸਤ, ਚੌਰਾ ਇੱਕ ਭਿਆਨਕ ਗਾਲ ਹੈ। ਭਾਈ ਸਾਹਿਬ ਨੇ ਲਿਖਿਆ ਇਹ ਚਵਗਤਾ, ਇਹ ਚੌਰਾ, ਇਹ ਜਿੱਦੀ ਰਾਜਾ ਜਿਹੜਾ ਹੈ ਬੜਾ ਹੱਠੀ ਸੀ, ਜਿੱਦੀ ਸੀਗਾ।
ਔਰ ਬੜਾ ਕੁਪੱਤਾ ਸੀ। ਦਿੱਲੀ ਤੇ ਚੜ ਕਰ ਗਿਰਨਾਥ ਗਮਣੇ ਤਬ ਬੜ ਤੂਰਨ ਸਾਥ। ਇਸ ਤਰ੍ਹਾਂ ਪਹਾੜੀਏ ਰਾਜੇ ਸਾਰੇ ਦਿੱਲੀ ਪਹੁੰਚੇ। ਰਾਜੇ ਨੂੰ ਸਾਰੀ ਹਾਲਤ ਦੱਸੀ ਆ, ਸਾਰੀ ਗੱਲਬਾਤ ਦੱਸੀ ਆ, ਔਰ ਸਰਹੰਦ ਦੇ ਸੂਬੇਦਾਰ ਦੀ ਸਿਫਾਰਿਸ਼ ਵਾਲੀ ਚਿੱਠੀ ਵੀ ਪਹੁੰਚ ਗਈ ਆ। ਔਰ ਦਿੱਲੀਓਂ ਪਤਾ ਲੱਗਿਆ ਇਹਨਾਂ ਨੂੰ ਜਾ ਕੇ ਕਿ ਉਹ ਤਾਂ ਦੱਖਣ ਵੱਲ ਜੰਗ ਲਈ ਗਿਆ ਹੋਇਆ। ਅਰੇ ਕੂਚ ਦਰ ਕੂਚ ਹਮੇਸ਼ੂ ਉਲੰਘੇ ਪੰਥ ਅਸ਼ੇਸ਼ ਵਿਸ਼ੇਸ਼ੂ। ਔਰ ਕਿਉਂਕਿ ਜਿਸ ਦੀ ਡਿਊਟੀ ਉਹ ਦਿੱਲੀ ਲਾ ਗਿਆ ਸੀਗਾ, ਉਹ ਕਹਿੰਦਾ ਵੀ ਔਰੰਗਾ ਤਾਂ ਇੱਥੇ ਹੈ ਨਹੀਂ, ਉਹ ਤਾਂ ਦੱਖਣ ਵੱਲ ਜੰਗ ਤੇ ਗਿਆ ਹੋਇਆ, ਗੋਲਕੁੰਡੇ ਵੱਲ ਉੱਥੇ ਰਹਿ ਰਿਹਾ ਹੈ। ਤੇ ਇਹ ਦਾਰੇ ਪਹਾੜੀਏ ਰਾਜੇ ਉਧਰ ਨੂੰ ਚੱਲ ਪਏ। ਪਹੁੰਚ ਤੁਹਾਡੇ ਰਾਨ ਕਾਲਾ ਮਿਲ ਉਮਰਾਵਨ ਕਹਿ ਅਹਵਾਲਾ। ਔਰ ਜਿਹੜੇ ਉਸ ਦੇ ਪੀਏ ਸੀ ਔਰੰਗਜ਼ੇਬ ਦੇ ਵਜ਼ੀਰ ਨਾਲ ਰਹਿੰਦੇ ਸੀ, ਉਹਨਾਂ ਨੂੰ ਜਾ ਕੇ ਮਿਲਦੇ ਆ, ਉਹਨਾਂ ਨੂੰ ਸਾਰਾ ਹਾਲ ਦੱਸਦੇ ਆ। ਤੇ ਨਾਲੇ ਰਿਸ਼ਵਤ ਦੇ ਤਨ ਵਸਤ ਪਛੇਰੀ ਆਇਕ ਪਕਾਰੋ ਸੁਧ ਦੇਹ ਮੇਰੀ। ਔਰ ਭੀਮ ਚੰਦ ਉਹਨਾਂ ਨੂੰ ਰਿਸ਼ਵਤ ਦਿੰਦਾ, ਧਨ ਆਦੂ ਜਾਂ ਹੋਰ ਕੋਈ ਚੰਗੀਆਂ ਕੀਮਤੀ ਵਸਤੂਆਂ, ਸੋਨੇ ਚਾਂਦੀ ਦਾ ਕੋਈ ਗਹਿਣਾ, ਉਹਨਾਂ ਵਜ਼ੀਰਾਂ ਨੂੰ ਰਿਸ਼ਵਤ ਦੇ ਕੇ ਕਹਿੰਦਾ ਪੀਏ ਨੂੰ, ਬਈ ਜਾ ਕੇ ਮੇਰੀ ਖਬਰ ਦਿਓ ਕਿ ਤੁਹਾਡੇ ਦਰ 'ਤੇ ਪਹਾੜੀਏ ਰਾਜੇ ਪਕਾਰੂ ਬਣ ਕੇ ਪਹੁੰਚੇ ਹਨ। ਉਹ ਅਮਰਾਵਨ ਸ਼ਾਹ ਜਨਾਈ ਸ੍ਰੀ ਗੋਬਿੰਦ ਸਿੰਘ ਧੂਮ ਉਠਾਈ। ਜਾ ਕੇ ਰਾਜਾ ਸਾਹਿਬ ਨੂੰ ਦੱਸੋ ਕਿ ਸਾਡੇ ਪਹਾੜੀ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਬੜੀ ਧੂਮ ਮਚਾਈ ਹੋਈ ਹੈ। ਰਾਜੇ ਬੜੇ ਖੇਦ ਕੋ ਪਾਏ ਕਰਨ ਪੁਕਾਰ ਇਹਾਂ ਲਗ ਆਏ। ਔਰ ਉਹ ਸਾਰੇ ਪਹਾੜੀ ਰਾਜੇ ਬੜੇ ਦੁਖੀ ਹੋ ਕੇ ਤੁਹਾਡੇ ਚਰਨਾਂ ਵਿੱਚ ਪੁਕਾਰ ਕਰਨ ਆਏ ਹਨ। ਸੁਣ ਕੇ ਸ਼ਾਹ ਬੁਲਾਵਨ ਕੀਨੇ ਗਏ ਨਿਕਟ ਬੇਟਾ ਗਨ ਦੀਨੇ। ਜਦੋਂ ਉਹਨਾਂ ਵਜ਼ੀਰਾਂ ਨੇ ਦੱਖਣ ਇਲਾਕੇ 'ਚ ਗੋਲਕੁੰਡੇ ਦੇ ਮਹਿਲਾਂ ਵਿੱਚ ਬੈਠੇ, ਕਿਲੇ ਵਿੱਚ ਬੈਠੇ ਰਾਜੇ ਨੂੰ ਦੱਸਿਆ, ਤੇ ਰਾਜੇ ਨੇ ਇਹਨਾਂ ਰਾਜਿਆਂ ਨੂੰ ਬੁਲਾਉਣਾ ਕੀਤਾ ਹੈ ਜੀ। ਆਡੇ ਹੱਥ ਜੋੜ ਕਰ ਰਹੇ ਬੂਝੇ ਸਭ ਬਿਰਤਾਂਤ ਤਬ ਕਹੇ। ਔਰ ਜਾ ਰਾਜੇ ਔਰੰਗੇ ਦੇ ਸਾਹਮਣੇ ਹੱਥ ਬੰਨ੍ਹ ਕੇ ਖੜੇ ਨਾ, ਪੁੱਛਦਾ ਦੱਸੋ ਕੀ ਗੱਲ ਹੈ। ਇਹ ਦੱਸਣ ਲੱਗੇ ਹਨ, ਪੇਸ਼ ਨਾ ਬਸਨ ਦੀਤ ਦਲ ਕੀਨੋ ਗੁਰੂ ਨੇ ਡਰ ਕਿਸ ਤਰਾਸ ਨ ਚੀਨੋ। ਰਾਜਾ ਸਾਹਿਬ ਜਿਹੜਾ ਸਿੱਖਾਂ ਦਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਬੜਾ ਨਿਡਰ ਹੈ, ਉਹ ਸਾਨੂੰ ਵਸਣ ਨਹੀਂ ਦਿੰਦਾ, ਸਾਡੇ ਦੇਸ਼ ਨੂੰ ਉਜਾੜਨ ਤੇ ਲੱਗਿਆ ਹੋਇਆ। ਦੁਸ਼ਮਣ ਤਾਂ ਇਦਾਂ ਹੀ ਬੋਲੂਗਾ ਨਾ, ਗੁਰੂ ਤਾਂ ਸਤਿਕਾਰ ਦੇਣ ਆਏ ਆ, ਪਿਆਰ ਦੇਣ ਆਏ ਆ, ਗੁਰੂ ਤਾਂ ਗੁਲਾਮੀ ਦੇ ਜੂੜੇ ਲਾਉਣ ਵਾਸਤੇ ਆਏ ਨੇ। ਪਰ ਇਹਨਾਂ ਨੂੰ ਗੁਲਾਮ ਰਹਿੰਦਿਆਂ ਉਹ ਜੂੜਾ ਵੀ ਸਵਾਦ ਲੱਗਣ ਲੱਗਿਆ ਗੁਲਾਮੀ ਦਾ। ਕੋਈ ਸਤਨਾਮ, ਇਹਨਾਂ ਦਾ ਇਰਾਦਾ ਨਹੀਂ ਆ ਗੁਲਾਮੀ ਦੂਰ ਕਰਨ ਦਾ। ਇਸ ਕਰਕੇ ਇਹ ਜਾ ਕੇ ਇੱਦਾਂ ਦੀਆਂ ਗੱਲਾਂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਸਾਡੇ ਪਹਾੜੀ ਇਲਾਕੇ ਵਿੱਚ ਸਾਨੂੰ ਵਸਣ ਨਹੀਂ ਦਿੰਦਾ ਜੀ। ਸਦਾ ਜੰਗ ਕੀ ਸੰਗ ਸਨੇਹੋ ਹਮ ਸਨ ਠਾਨਤ ਬੈਰ ਅਛੇਹੋ। ਉਹ ਹਮੇਸ਼ਾ ਹੀ ਸਾਡੇ ਨਾਲ ਜੰਗ ਵਿੱਢੀ ਰੱਖਦਾ ਹੈ, ਉਹਨੂੰ ਜੰਗ ਬੜਾ ਪਿਆਰਾ ਲੱਗਦਾ ਹੈ, ਜੰਗ ਨਾਲ ਬੜਾ ਸਨੇਹ ਰੱਖਦਾ, ਮੋਹ ਰੱਖਦਾ ਹੈ, ਉਹ ਡਰਦਾ ਹੀ ਨਹੀਂਗਾ। ਸੁਨ ਅਵਰੰਗੇ ਬੂਝੋ ਪੀਰਾ ਕਿਉ ਤੁਮ ਸੰਗ ਗੁਰੂ ਕੋ ਬੈਰ। ਔਰੰਗਜ਼ੇਬ ਪੁੱਛਣ ਲੱਗਿਆ ਵੀ ਤੁਹਾਡੀ ਗੁਰੂ ਨਾਲ ਕੀ ਦੁਸ਼ਮਣੀ ਆ, ਕਿਉਂ ਲੜਾਈ ਹੁੰਦੀ ਆ। ਸੈਨਾ ਦੀਰਘ ਪ੍ਰਥਮ ਪਠਾਈ ਤੋ ਨਾ ਤੁਮਰੀ ਰਾਰ ਮਿਟਾਈ। ਅਸੀਂ ਪਹਿਲਾਂ ਫੌਜ ਭੇਜੀ ਸੀ, ਤੁਹਾਡੀ ਉਦੋਂ ਲੜਾਈ ਆ ਖਤਮ ਨਹੀਂ ਹੋਈ। ਗੁਰ ਟਿਕ ਰਾਜ ਦੇਸ਼ ਕਿਛ ਨਾਹੀ ਕਹਾਂ ਦੇਤ ਲਸ਼ਕਰ ਰਖ ਪਾਹੀ। ਉਹ ਕਿੱਥੋਂ ਦਾ ਰਾਜਾ, ਉਹਦੇ ਕੋਲੇ ਕਿੱਥੋਂ ਆਮਦਨ ਆਉਂਦੀ ਆ, ਉਹ ਕਿੱਥੋਂ ਦਿੰਦਾ ਤੇ ਕਿੱਥੋਂ ਫੌਜਾਂ ਰੱਖਦਾ ਹੈ, ਉਹਦੇ ਕੋਲੇ ਕੀ ਹੈ। ਜਥਾ ਬਿਰਤਾਂਤ ਚੋਰ ਤੇ ਸਾਰੋ ਅਬ ਤੁਮ ਮੋਹਿ ਸਮੀਪ ਚਾਰੋ। ਸ਼ੌਰ ਹੁੰਦਾ ਸਿਰੇ ਤੋਂ ਲੈ ਕੇ। ਤਾਂ ਰਾਜਾ ਕਹਿੰਦਾ ਮੈਨੂੰ ਸਾਰੀ ਗੱਲ ਸਮਝਾਓ ਵੀ ਉਹ ਫੌਜ ਕਿੱਥੋਂ ਲੈਂਦਾ ਇੰਨੀ ਲੜਾਈ ਕਰਨ ਵਾਸਤੇ, ਉਹਨੂੰ ਫੌਜ ਨੂੰ ਖਰਚਾ ਕਿੱਥੋਂ ਦਿੰਦਾ, ਉਹਦੇ ਕੋਲੇ ਕੋਈ ਰਾਜ ਨਹੀਂ, ਕੋਈ ਹਾਲਾ ਮਾਮਲਾ ਉਹਨੂੰ ਅਸੀਂ ਦਿੰਦੇ ਨਹੀਂ। ਸੁਣ ਕਰ ਜੋਰਤ ਕਥਾ ਬਖਾਨੀ ਜਿਮ ਬੀਤੀ ਨਿਜ ਸੰਗ ਕਹਾਣੀ। ਔਰ ਇਸ ਤਰ੍ਹਾਂ ਇਹ ਭੀਮ ਚੰਦ ਵਰਗੇ ਰਾਜੇ ਕਹਿਲੂਰੀਆ ਤੇ ਹੰਡੋਰੀਆ ਸਾਰੀ ਗੱਲ ਦੱਸਣ ਲੱਗੇ ਹਨ ਹੱਥ ਬੰਨ੍ਹ ਕੇ। ਗੁਰ ਕੋ ਪਿਤਾ ਮੋਲ ਲੈ ਥਾਨ ਤਾਹ ਬਸਾਵਨ ਕਰ ਨਰ ਆਨ। ਮਹਾਰਾਜ ਇਹਨਾਂ ਦਾ ਪਿਤਾ ਆਇਆ ਸੀ ਪੰਜਾਬੋਂ, ਤੇ ਉਸ ਨੇ ਆ ਕੇ ਸਾਡੇ ਪਹਾੜੀ ਇਲਾਕੇ ਵਿੱਚ ਮੁੱਲ ਜ਼ਮੀਨ ਖਰੀਦ ਕੇ ਪੂਰਬ ਸਾਈ ਪੂਰਬ ਚਲ ਗਏ ਉਤੇ ਹੀ ਪਟਨੇ ਇਹ ਜਨਮੇ। ਔਰ ਉਹਨਾਂ ਨੇ ਆਨੰਦਪੁਰ ਜਿਹੜਾ ਹੈ ਇੱਕ ਨਗਰ ਵਸਾਉਣਾ ਕੀਤਾ, ਤੇ ਨਗਰ ਵਸਾ ਕਰਕੇ
ਪਹਾੜੀ ਇਲਾਕੇ 'ਚੋਂ ਇੱਧਰ ਨੂੰ ਆ ਗਏ ਸਨ ਔਰ ਚਲਦੇ ਚਲਦੇ ਚੜ੍ਹਦੇ ਵੱਲ ਨੂੰ ਗਏ। ਚਲਦੇ ਚਲਦੇ ਪਟਨੇ ਪਹੁੰਚ ਗਏ। ਇਹ ਜਿਹੜਾ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਪੁੱਤਰ ਹੈ, ਇਹਦਾ ਜਨਮ ਵੀ ਪਟਨੇ ਵਿੱਚ ਹੋਇਆ ਹੈ। ਉਹ ਤਾਂ ਸੁਰਗਵਾਸ ਹੋ ਗਏ। ਤੁਹਾਨੂੰ ਪਤਾ ਦਿੱਲੀ ਦੇ ਵਿੱਚ ਸਰੀਰ ਤਿਆਗ ਗਏ ਔਰ ਉਹਨਾਂ ਦੇ ਸਮੇਂ ਇਹਨਾਂ ਦੀ ਉਮਰ ਬਹੁਤ ਛੋਟੀ ਸੀ। ਬਸ ਕਰ ਕੁਛ ਤਨ ਸੁਰਤ ਸੰਭਾਰੀ ਰਾਖੀ ਚਾਕਰ ਅਯੁੱਧ ਧਾਰੀ। ਅਖੀਰ ਇਹ ਪਟਨਾ ਸਾਹਿਬ ਤੋਂ ਵਾਪਸ ਆਪਣੇ ਵਸਾਏ ਨਗਰ ਆਨੰਦਪੁਰ 'ਚ ਆ ਗਏ ਔਰ ਜਦੋਂ ਥੋੜ੍ਹੀ ਜਿਹੀ ਸੁਰਤ ਸੰਭਾਲੀ, ਭਾਵ ਵੱਡੇ ਹੋਏ, ਤਾਂ ਇਹਨਾਂ ਨੇ ਨੌਕਰ ਚਾਕਰ ਰੱਖਣੇ ਸ਼ੁਰੂ ਕਰ ਦਿੱਤੇ। ਸ਼ਾਸਤਰਾਂ ਨੂੰ ਬੜਾ ਪਿਆਰ ਕਰਦਾ ਹੈ। ਰਾਮਨ ਮੇ ਅਖੀਰ ਕੋ ਜਾਏ ਖੇਤੀ ਦੇਤ ਉਜਾਰ ਸੁਥਾਏ। ਇਹ ਜੰਗਲਾਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਜਾਂਦਾ ਸ਼ਿਕਾਰ ਖੇਡਣ ਵਾਸਤੇ, ਤੇ ਸਾਡੀ ਜਨਤਾ ਦੀ ਖੇਤੀ ਵੀ ਜਿਹੜੀ ਹੈ, ਫਸਲ ਜਿਹੜੀ ਹੈ, ਆਪਣੇ ਘੋੜਿਆਂ ਵਾਸਤੇ ਪੱਟ ਕੇ ਲੈ ਜਾਂਦੇ ਆ। ਮਤਲਬ ਹੁਣ ਵੱਧ ਘੱਟ ਕਰਕੇ ਲਾਉਣਗੇ ਨਾ ਸਾਰਾ ਕੁਝ। ਕਹਿੰਦੇ ਇਸ ਤਰ੍ਹਾਂ ਇਹ ਸਾਡੇ ਖੇਤਾਂ ਨੂੰ ਉਜਾੜ ਦਿੰਦੇ ਆ। ਅਬ ਹਮਨੇ ਮਿਲਦੀ ਨ ਸਜੋਰ ਕਮਨੇ ਸ਼ਾਰ ਮੋਰ ਕੀ ਔਰ। ਅਸੀਂ ਉਦੋਂ ਵੀ ਇਕੱਠੇ ਹੋ ਕੇ ਤੇ ਹਮਲਾ ਕੀਤਾ ਸੀਗਾ। ਦੱਸਦੇ ਆ ਭੀਮ ਚੰਦ ਵਰਗੇ। ਪੈਸੇ ਤਾਂ ਪਾਤਸ਼ਾਹ ਤਾਂ ਆਪਣੀ ਮੌਤ 'ਚ ਹੀ ਗਏ ਸੀ। ਪੌਂਟਾ ਸਾਹਿਬ ਵਾਲੇ ਸ਼ਾਰਮੌਰ ਦਾ ਇਲਾਕਾ ਪੌਂਟਾ ਸਾਹਿਬ ਦਾ ਇਲਾਕਾ ਹੈ। ਕਹਿੰਦੇ ਅਸੀਂ ਉਦੋਂ ਜ਼ੋਰ ਪਾਇਆ ਸੀ, ਜੰਗ ਕੀਤਾ ਸੀਗਾ। ਇਹ ਆਨੰਦਪੁਰ ਛੱਡ ਕੇ ਸ਼ਾਰਮੌਰ ਦੇ ਇਲਾਕੇ 'ਚ ਪੌਂਟਾ ਸਾਹਿਬ ਵੱਲ ਚਲਿਆ ਗਿਆ ਸੀ। ਪਹੁੰਚੇ ਤੂੰ ਮੋਟਾਈ ਰਾਮ ਰਾਏ ਕੀ ਨਰ ਸਮੁਦਾਏ। ਉੱਥੇ ਵੀ ਜਾ ਕੇ ਨਾ ਟਿਕਿਆ, ਉੱਥੇ ਵੀ ਧੁੰਮਾਂ ਮਚਾਤੀਆਂ। ਉਧਰ ਹੀ ਰਾਮ ਰਾਏ ਰਹਿੰਦਾ ਹੈਗਾ। ਜਿਹੜੇ ਰਾਮ ਰਾਏ ਦੇ ਮਸੰਦ ਸੀ ਉਹਨਾਂ ਦੇ ਨਾਲ ਲੜਾਈ ਕਰ ਲਈ ਜਾ ਕੇ। ਉਤੇ ਮਸੰਦ ਮਾਰ ਸਭ ਦੀਨੇ ਰਾਜਨ ਸੰਗ ਬਖੀਰਾ ਕੀਨੇ। ਔਰ ਉਧਰ ਜਾ ਕੇ ਜਿਹੜੇ ਮਸੰਦ ਸਨ ਉਹਨਾਂ ਨੂੰ ਮਾਰ ਦਿੱਤਾ। ਤੇ ਹੁਣ ਇਹ ਤਾਂ ਨਹੀਂ ਦੱਸਦੇ ਨਾ ਵੀ ਰਾਮ ਰਾਏ ਨੂੰ ਮਚਾਉਣ ਦੇ ਵਿੱਚ ਇਹਨਾਂ ਮਸੰਦਾਂ ਦਾ ਹੱਥ ਸੀਗਾ। ਦੁਸ਼ਮਣ ਚੰਗੀ ਗੱਲ ਕਦੇ ਨਹੀਂ ਦੱਸਦਾ ਕੋਈ ਸਤਨਾਮ। ਇਸ ਕਰਕੇ ਜਿਹੜਾ ਦੁਸ਼ਮਣ ਹੈ ਉਹ ਹਮੇਸ਼ਾ ਮਾੜੇ ਪੁਆਇੰਟ ਸਾਹਮਣੇ ਰੱਖਦਾ ਰਾਜੇ ਦੇ। ਪਰ ਚੰਗਾ ਹੁੰਦਾ ਉਹ ਦੁਸ਼ਮਣ ਜਿਹੜਾ ਆਪਣੇ ਦੁਸ਼ਮਣ ਦੀਆਂ ਚੰਗੀਆਂ ਗੱਲਾਂ ਨੂੰ ਵੀ ਯਾਦ ਰੱਖੇ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਕਹਿੰਦੇ ਇਸ ਤਰ੍ਹਾਂ ਇਹਨੇ ਸ਼ਾਰਮੌਰ ਦੇ ਇਲਾਕੇ ਵਿੱਚ ਜਾ ਕੇ ਪੌਂਟਾ ਸਾਹਿਬ ਨਗਰ ਵਸਾਇਆ ਔਰ ਫਿਰ ਉੱਥੋਂ ਦੇ ਰਾਜਿਆਂ ਨਾਲ ਵੀ ਜੰਗ ਕਰ ਲਿਆ ਔਰ ਮਸੰਦ ਵੀ ਰਾਮ ਰਾਏ ਦੇ ਕੁਝ ਆਪਣੇ ਮਰਵਾ ਦਿੱਤੇ। ਹਰੀ ਚੰਦ ਦੀਰਘ ਤਨ ਧਾਰੀ ਤਾਹਾਂ ਜੰਗ ਕਰ ਲੀਨ ਸਮਾਰੀ। ਔਰ ਇੱਕ ਰਾਜਾ ਹਰੀ ਚੰਦ ਸਾਡਾ ਸੀਗਾ, ਉਹ ਬਹੁਤ ਤਕੜਾ ਸੀਗਾ, ਧਨੁਧਾਰੀ, ਤੀਰ ਚਲਾਉਣ ਵਿੱਚ ਬੜਾ ਮਾਹਰ ਸੀਗਾ। ਉਹ ਵੀ ਇਹਨੇ ਮਾਰ ਦਿੱਤਾ। ਸਕਲ ਸੈਲ ਪਤ ਦੇ ਭਜਾਈ ਜਮਨਾ ਤਟ ਨਿਜ ਪੁਰੀ ਬਸਾਈ। ਔਰ ਸਾਰੇ ਰਾਜੇ ਉੱਥੋਂ ਭਜਾ ਦਿੱਤੇ ਤੇ ਉੱਥੇ ਵੀ ਇਸ ਨੇ ਜਮਨਾ ਦੇ ਕਿਨਾਰੇ ਤੇ ਇੱਕ ਆਪਦਾ ਪਿੰਡ ਵਸਾ ਲਿਆ। ਇਤਕ ਸਮਾ ਬਸ ਤਾਹਾਂ ਬਸਾਇਓ ਪੁਨ ਔਚਕ ਅਨੰਦਪੁਰ ਆਇਓ। ਅਸੀਂ ਸੋਚਿਆ ਵੀ ਚੱਲ ਚੰਗਾ ਯਾਰ ਸਾਡੇ ਇਲਾਕੇ ਚੋਂ ਨਿਕਲ ਗਿਆ, ਦੂਰ ਚਲਿਆ ਗਿਆ, ਪਰ ਕੁਝ ਸਮੇਂ ਬਾਅਦ ਫਿਰ ਅਨੰਦਪੁਰ ਆ ਗਿਆ। ਤੈ ਹੋਈ ਤਿਰ ਪੂਜਨ ਕਰ ਕਾਲੀ ਭੀਮਾ ਕੀਨੀ ਬਿਦਤ ਕੋ ਪਾਲੀ। ਉਹ ਜਿਹੜੀ ਰਚਨਾ ਰਚੀ ਸੀ ਪਾਤਸ਼ਾਹ ਨੇ ਸਿੱਖਾਂ ਦੇ, ਸਿੰਘਾਂ ਦੇ, ਸੰਗਤਾਂ ਦੇ ਦਿਮਾਗ 'ਚੋਂ ਇਹ ਗੱਲ ਕੱਢਣ ਵਾਸਤੇ ਵੀ ਕੋਈ ਦੇਵੀ ਦੇਵਤਾ ਰਕਸ਼ਾ ਨਹੀਂ ਕਰਦਾ ਜੇ ਬੰਦਾ ਖੁਦ ਨਹੀਂ ਕੁਛ ਕਰਦਾ। ਹਿੰਮਤੇ ਮਰਦਾ ਮਦ ਦੇ ਖੁਦਾ। ਜੇ ਬੰਦਾ ਹਿੰਮਤ ਨਹੀਂ ਕਰੂਗਾ ਤੇ ਰੱਬ ਫਿਰ ਕਿਸੇ ਬੈਠੇ ਦੇ ਮੂੰਹ 'ਚ ਬੁਰਕੀ ਕੋਈ ਨਹੀਂ ਪਾਉਣ ਲੱਗਿਆ। ਕੋਈ ਸਤਨਾਮ। ਰੋਟੀ ਖਾਣ ਵਾਸਤੇ ਵੀ ਆਪਾਂ ਨੂੰ ਕੁਛ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਜੇ ਬੰਦਾ ਆਪ ਹਿੰਮਤ ਕਰੂ ਤੇ ਪਰਮੇਸ਼ਰ ਵੀ ਉਹਦੀ ਮਦਦ ਕਰਦਾ। ਪਰ ਇਹ ਕਹਿੰਦੇ ਇਸ ਨੇ ਉੱਥੇ ਬੈਠ ਕੇ ਕਾਲੀ ਨੂੰ ਪ੍ਰਗਟ ਕੀਤਾ, ਚੰਡੀ ਦੀ ਅਰਾਧਨਾ ਕੀਤੀ। ਦੇਵਰ ਰਚਿਓ ਪਾਂਥਿਕ ਭਾਰੀ ਹਿੰਦੂ ਤੁਰਕਣ ਤੇ ਬਿਦ ਨਿਆਰੀ। ਅਸਲ ਵਿੱਚ ਉਹ ਜਿਹੜੀ ਰਚਨਾ, ਮੈਂ ਇੱਥੇ ਫਿਰ ਗੱਲ ਕਲੀਅਰ ਕਰਦੇ ਹਾਂ, ਚੰਡੀ ਨੂੰ ਪ੍ਰਗਟ ਕਰਨ ਦੀ ਜਿਹੜੀ ਉੱਥੇ ਰਚਨਾ ਰਚੀ ਹੈ ਉਹ ਕੇਵਲ ਤੇ ਕੇਵਲ ਬ੍ਰਾਹਮਣਾਂ ਦਾ ਪਾਇਆ ਹੋਇਆ ਵਹਿਮ ਕੱਢਣਾ ਸੀਗਾ, ਜਿਹੜਾ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਸਿੱਖਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਵੀ ਸਾਡੇ ਵਿੱਚ ਕਿੰਨੇ ਵਹਿਮ ਪਾਏ ਜਾ ਰਹੇ ਆ, ਨਵੇਂ ਨਿੱਤ ਨਵੇਂ। ਜਦੋਂ ਕੋਈ ਪੰਜਾਬੀ ਬੰਦਾ ਅੱਜ ਵੀ ਬ੍ਰਾਹਮਣਾਂ ਕੋਲ ਜਾਂਦਾ ਤੇ ਉਹ ਸੋਚਦਾ ਵੀ ਇਹ ਗੁਰਦੁਆਰੇ ਜਾਂਦਾ, ਇਹਨੂੰ ਕੋਈ ਉਹੋ ਜਿਹੇ ਪਖੰਡ ਦੱਸ ਦਿੰਦੇ ਆ, ਐਂ ਕਰੋ ਤੁਸੀਂ ਗੁਰਦੁਆਰੇ ਪੇਠਾ ਚੜਾਇਓ ਵਿੱਚ ਮੇਖਾਂ ਠੋਕ ਕੇ। ਕਹੋ ਸਤਨਾਮ। ਹੁਣ ਇੱਥੇ ਤਾਂ ਅਗਲਾ ਧਰ ਕੇ ਤੁਰ ਜਾਂਦਾ ਹੈਗਾ। ਗੁਰੂ ਡਰਦਾ ਨਹੀਂ, ਸਿੱਖ ਵੀ ਡਰਦੇ ਨਹੀਂ, ਪਰ ਮਤਲਬ ਅੱਜ ਵੀ ਉਹ ਪਖੰਡਬਾਜ਼ੀ ਜਾਰੀ ਆ। ਕਹੋ ਸਤਨਾਮ ਸਿੰਘ।
ਤੇ ਉਦੋਂ ਵੀ ਸੀ। ਇਸ ਕਰਕੇ ਇਹ ਕੀ ਕਹਿੰਦਾ ਹੈ, ਕਹਿੰਦੇ ਉਸਨੇ ਚੰਡੀ ਪ੍ਰਗਟ ਕੀਤੀ, ਚੰਡੀ ਤੋਂ ਵਰ ਲਿਆ। ਪਰ ਇੱਦਾਂ ਨਹੀਂ ਹੈਗਾ, ਉਹਨਾਂ ਨੇ ਸਿਰਫ ਇਹ ਦੱਸਣਾ ਸੀਗਾ ਕਿ ਅਸਲ ਵਿੱਚ ਚੰਡੀ ਸ਼ਾਸਤਰ ਹੈ, ਤਲਵਾਰ ਹੈ। ਬਿਨ ਸ਼ਾਸਤਰੰ ਨਰੰਗ ਭੇਡ ਜਾਨੋ, ਬਿਨਾਂ ਸ਼ਾਸਤਰ ਤੋਂ ਬੰਦਾ ਭੇਡ ਦੀ ਨਿਆਈਆਂ ਕਿੰਨਾ ਵੀ ਤਕੜਾ ਹੋਵੇ, ਜਿਹਦੇ ਕੋਲੇ ਸ਼ਾਸਤਰ ਹੈ ਉਹਦੇ ਕੰਨ 'ਤੇ ਲਾ ਕੇ ਉਹਨੂੰ ਜਿੱਧਰ ਮਰਜ਼ੀ ਤੋਰ ਲਵੇ। ਕਹੋ ਸਤਨਾਮ। ਬਿਨਾਂ ਕੇਸੰਗ ਬਿਨ ਸ਼ਾਸਤਰੰ, ਬਿਨਾਂ ਕੇਸਾਂ ਤੋਂ ਬਿਨਾਂ ਸ਼ਾਸਤਰਾਂ ਤੋਂ ਬੰਦਾ ਭੇਡ ਦੀ ਨਿਆਈ ਹੈ। ਗਾਹੋ ਕਾਨ ਤਾਹੇ ਕਿਤੇ ਲੈ ਸਿਧਾਨੋ, ਉਹਦਾ ਕੰਨ ਫੜ ਕੇ ਸ਼ਾਸਤਰ ਵਾਲਾ ਬੰਦਾ ਕਿਤੇ ਵੀ ਲੈ ਜੇ। ਇਸ ਕਰਕੇ ਜਿੱਤੇ ਸ਼ਾਸਤਰ ਨਾਮੰਗ ਨਮਸਕਾਰ ਤਾਮੰਗ, ਮੈਂ ਸ਼ਾਸਤਰਾਂ ਨੂੰ ਵੀ ਨਮਸਕਾਰ ਕਰਦਾ, ਸ਼ਾਸਤਰ ਭਾਵ ਗੁਰਬਾਣੀ ਨੂੰ ਵੀ ਨਮਸਕਾਰ ਕਰਦਾ। ਅਸੀਂ ਦੋ ਚੀਜ਼ਾਂ ਨੂੰ ਮੱਥਾ ਟੇਕਦੇ ਹਾਂ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਪਰ ਪ੍ਰਕਾਸ਼ ਤਾਂ ਨਹੀਂ, ਪਰ ਉੱਥੇ ਕਿਸੇ ਕਬਰ ਨੂੰ ਨਹੀਂ ਪੂਜਦੇ, ਉੱਥੇ ਸ਼ਾਸਤਰਾਂ ਨੂੰ ਨਮਸਕਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ। ਕਹੋ ਸਤਨਾਮ। ਸਿੱਖ ਜਿਹੜਾ ਦੋ ਚੀਜ਼ਾਂ ਨਾਲ ਹੀ ਜੁੜਿਆ ਹੋਇਆ, ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਾਂ ਖੈਰ ਇਹ ਗੱਲਾਂ ਵਧਾ ਚੜਾ ਕੇ ਕਹਿੰਦੇ ਆ ਬਈ ਉਹਨੇ ਚੰਡੀ ਪ੍ਰਗਟ ਕੀਤੀ, ਚੰਡੀ ਦੇ ਫਿਰ ਵਰ ਲਿਆ, ਅਤੇ ਵਰ ਲੈ ਕੇ ਉਹਨੇ ਇੱਕ ਆਪਣਾ ਨਵਾਂ ਪੰਥ ਸਾਜ ਲਿਆ। ਪਰ ਇਹ ਤਾਂ ਕਿਹੜਾ ਵਰਤਾ, ਇਹ ਤਾਂ ਕੱਲ੍ਹ ਪਰਸੋਂ ਦੀਆਂ ਗੱਲਾਂ ਹੈ। ਉਹ ਤਾਂ ਕਹਿੰਦੇ ਮੈਨੂੰ ਪਰਮੇਸ਼ਰ ਨੇ ਭੇਜਿਆ ਸੀ ਵੀ ਤੂੰ ਇਹੋ ਜਿਹਾ ਪੰਥ ਸਾਜ ਜਾ ਕੇ ਜਿਹੜਾ ਸਦਾ ਹੀ ਇਹ ਕੰਮ ਕਰਦਾ ਰਹੇ। ਕਹੋ ਸਤਨਾਮ। ਮੈਨੂੰ ਭੇਜਿਆ ਹੀ ਇਸ ਵਾਸਤੇ ਹੈ। ਜਾਏ ਜਹਾਂ ਤੇ ਧਰਮ ਚਲਾਓ, ਦੁਸ਼ਟ ਦੋਖੀਆਂ ਨੂੰ ਪਕੜ ਪਛਾਰੋ, ਧਰਮ ਨੂੰ ਕਾਇਮ ਕਰੋ, ਦੁਸ਼ਟਾਂ ਦਾ ਖਾਤਮਾ ਕਰੋ। ਅਤੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਲਪੁਰਖ ਨੂੰ ਕੀ ਕਹਿੰਦੇ ਨੇ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾ, ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਿਹੜਾ ਪੰਥ ਤੁਸੀਂ ਨਵਾਂ ਸਾਜਣ ਦੀ ਗੱਲ ਕਰਦੇ ਹੋ, ਬਣਾਉਣ ਦੀ ਗੱਲ ਕਰਦੇ ਹੋ, ਤਾਂ ਬਣੂਗਾ ਜੇ ਤੁਸੀਂ ਮਦਦ ਕਰੋਗੇ। ਅਤੇ ਪਰਮੇਸ਼ਰ ਦਾ ਜਵਾਬ ਸੀਗਾ, ਗੱਲ ਹੀ ਕੋਈ ਨਹੀਂ, ਮੈਂ ਤੇਰਾ ਇਉਂ ਖਿਆਲ ਰੱਖਾਂਗਾ ਜਿਵੇਂ ਕੋਈ ਆਪਣੇ ਪੁੱਤਰ ਦਾ ਰੱਖਦਾ। ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਜਾਓ ਤੁਸੀਂ ਜੋ ਬਾਬੇ ਨਾਨਕ ਨੇ ਰਸਤਾ ਚਲਾਇਆ ਉਸ ਨੂੰ ਹੋਰ ਕਾਇਮ ਕਰੋ, ਉਸ ਲੀਹਾਂ 'ਤੇ ਚਲਾਓ ਅਤੇ ਚੱਲੋ। ਅਤੇ ਗੁਰੂ ਗੋਬਿੰਦ ਸਿੰਘ ਮਾਨ ਨੇ ਆ ਕੇ ਸਾਰੀਆਂ ਉਹ ਗੱਲਾਂ ਜਿਹੜੀਆਂ ਸਨ ਅਧੂਰੀਆਂ, ਉਹਨਾਂ ਨੂੰ ਹੋਰ ਵੀ ਛੋਹਾਂ ਦਿੱਤੀਆਂ ਅਤੇ ਪੂਰਾ ਕੀਤਾ। ਇਸ ਕਰਕੇ ਸਤਿਗੁਰਾਂ ਨੇ ਕਿਸੇ ਚੰਡੀ ਦੀ, ਕਿਸੇ ਕਾਲੀ ਦੀ ਆਰਾਧਨਾ ਨਹੀਂ ਕੀਤੀ। ਇੱਕ ਵਹਿਮ ਕੱਢਣ ਵਾਸਤੇ ਸਤਿਗੁਰਾਂ ਨੂੰ 2.25 ਲੱਖ, ਲੱਖ 2 ਲੱਖ ਜਿਹੜਾ ਰੁਪਈਆ ਖਰਚ ਕਰਨਾ ਪਿਆ, ਤਾਂ ਕਿ ਸਿੱਖਾਂ ਦੇ ਵਿੱਚ ਕਿਤੇ ਭਰਮ ਨਾ ਪੈ ਜੇ ਵੀ ਹਾਂ ਸਾਨੂੰ ਵੀ ਦੇਵੀ ਦੀ ਪੂਜਾ ਕਰਨੀ ਪੈਂਦੀ ਹੈ। ਕੋਸ਼ਿਸ਼ ਤਾਂ ਬੜੀ ਕੀਤੀ ਜਾਂਦੀ ਹੈ ਸਿੱਖ ਪੰਥ ਵਿੱਚ ਇਹੋ ਜਿਹੀਆਂ ਮਿਲਾਵਟਾਂ ਕਰਨ ਦੀ, ਸਿਉਂਖ ਬਣ ਕੇ ਵਾੜਨ ਦੀ, ਪਰ ਜਿਹੜੇ ਸੁਚੇਤ ਹੈ ਉਹ ਇਸ ਪਾਸੇ ਨਹੀਂ ਜਾਂਦੇਗੇ। ਤਾਂ ਹੁਣ ਇਹ ਕੀ ਕਹਿੰਦੇ ਨੇ ਜਾ ਕੇ, ਕਹਿੰਦੇ ਉਹਨੇ ਦੇਵੀ ਦੀ ਆਰਾਧਨਾ ਕੀਤੀ ਜੀ। ਕਈ ਇਸ ਗੱਲ ਦਾ ਭੁਲੇਖਾ ਖਾ ਜਾਂਦੇ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਮੈਂ ਆਇਆ ਹੇਮਕੁੰਟ ਦੀਆਂ ਪਹਾੜੀਆਂ 'ਤੇ ਬੈਠਾ ਸੀ, ਹੇਮਕੁੰਟ ਪਰਬਤ ਹੈ ਜਹਾਂ, ਸ਼ਬਦ ਸਿੰਘ ਸ਼ੋਭਤ ਹੈ ਤਹਾਂ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਉਹਨੇ ਅਰਾਧੀ ਸ਼ਬਦ ਨੂੰ ਲੈ ਕੇ ਹੀ ਭੁਲੇਖਾ ਪੈ ਗਿਆ ਸਾਰਾ। ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨ ਵਿੱਚ ਹਿੰਦੀ ਆ, ਕਿਉਂਕਿ 5 ਸਾਲ ਬਿਹਾਰ ਦੇ ਇਲਾਕੇ 'ਚ ਲਾ ਕੇ ਆਏ ਆ, ਉਹ ਬਚਪਨ ਦੇ ਵਿੱਚ ਹਿੰਦੀ ਪਈ ਹੋਈ ਆ, ਭਾਸ਼ਾ ਦੇ ਵਿੱਚ, ਬੋਲੀ ਦੇ ਵਿੱਚ। ਤਾਂ ਇਸ ਕਰਕੇ ਇੱਥੇ ਚੌਪੀ ਸਾਹਿਬ ਵੀ ਪੜ੍ਹੋਗੇ, ਅੱਖਰ ਤਾਂ ਪੰਜਾਬੀ ਦੇ ਗੁਰਮੁਖੀ ਦੇ ਆ, ਪਰ ਬੋਲੀ ਜਦ ਸੁਣਦੇ ਆ ਤਾਂ ਹਿੰਦੀ ਦੀ ਲੱਗਦੀ ਹੈ। ਹਮਰੀ ਕਰੋ ਹਾਥ ਦਾ ਰੱਛਾ, ਮੇਰੀ ਨਹੀਂ ਕਿਹਾ, ਉੱਥੇ ਹਮਰੀ ਕਿਹਾ। ਤਾਂ ਇਸੇ ਤਰ੍ਹਾਂ ਹੀ ਇੱਥੇ ਪਾਤਸ਼ਾਹ ਜੀ ਨੇ ਕੀ ਕਿਹਾ, ਮਹਾਕਾਲ ਪਰਮੇਸ਼ਰ, ਕਾਲ ਕਾ, ਕਾਲ ਦਾ ਕਾਲ ਹੈ ਜਿਹੜਾ ਮੌਤ ਨੂੰ ਵੀ ਮਾਰਨ ਵਾਲਾ ਹੈ, ਉਹਦੀ ਗੱਲ ਕਰਦਾ ਮੈਂ, ਕਿਸੇ ਕਾਲਕਾ ਦੇਵੀ ਦੀ ਗੱਲ ਨਹੀਂ ਕਰਦਾ। ਇਹ ਗੱਲ ਅੱਗੇ ਜਾ ਕੇ ਕਲੀਅਰ ਹੋ ਗਈ ਦੂਜੀ ਪੰਕਤੀ ਵਿੱਚ। ਤੈਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਮੈਂ ਉਹਦੀ ਆਰਾਧਨਾ ਕੀਤੀ। ਆਰਾਧਨ ਵਾਲਾ ਅਰਾਧੀ, ਰਾਹ 'ਤੇ ਚੱਲਣ ਵਾਲਾ, ਰਾਹੀ ਇਸਤਰੀ ਥੋੜ੍ਹਾ ਹੋ ਗਈ, ਬੰਦਾ ਵੀ ਰਾਹੀ ਹੈ, ਇਸਤਰੀ ਵੀ ਰਾਹੀ ਹੈ। ਕਹੋ ਸਤਨਾਮ। ਇੱਥੇ ਸ਼ਬਦ ਨੂੰ ਬਦਲਿਆ ਨਹੀਂ ਜਾ ਸਕਦਾ। ਰਸਤੇ ਚੱਲਣ ਵਾਲਾ 'ਚ ਇਸਤਰੀ 'ਚ ਮਨੁੱਖ ਹੈ, ਉਹਨੂੰ ਅਸੀਂ ਰਾਹੀ ਕਹਿੰਦੇ ਹਾਂ, ਆਰਾਧਨਾ ਕਰਨ ਵਾਲੇ ਨੂੰ ਅਰਾਧੀ ਕਹਿ ਸਕਦੇ ਹਾਂ। ਇਸੇ ਕਰਕੇ ਇੱਥੇ ਪਾਤਸ਼ਾਹ ਜੀ ਨੇ ਕੀ ਕਿਹਾ, ਜਿਹੜਾ ਕਾਲ ਦਾ ਵੀ ਕਾਲ ਹੈ, ਜਿਹੜਾ ਮੌਤ ਨੂੰ ਵੀ ਰੋਕ ਸਕਦਾ ਹੈ। ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ, ਸੀਸ ਕੱਟਣ ਤੋਂ ਬਾਅਦ ਵੀ ਜੰਗ ਕੀਤਾ, ਤਾਂ ਉੱਥੇ ਕਿਹਦੀ ਕਿਰਪਾ ਹੈ? ਕਾਲ ਨੇ ਤਾਂ ਆਪਦਾ ਕੰਮ ਕਰਤਾ ਨਾ, ਧੌਣ ਵਢਾਤੀ। ਪਰ ਕਾਲ ਕਾ, ਜਿਹੜਾ ਕਾਲ ਦਾ ਕਾਲ ਹੈ ਪਰਮੇਸ਼ਰ, ਉਹਨੇ ਫਿਰ ਵੀ ਚਲਾ ਲਿਆ। ਕਹੋ ਸਤਿਨਾਮ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਉਹਨੇ ਫਿਰ ਵੀ ਚਲਾ ਲਿਆ ਸੀਸ ਕੱਟਣ ਤੋਂ ਬਾਅਦ ਵੀ।
ਭਾਵ ਕਾਲ ਤੋਂ ਵੱਡਾ ਪਰਮੇਸ਼ਰ ਹੈ। ਕਹੋ ਸਤ ਉਹਦੀ ਮੈਂ ਆਰਾਧਨਾ ਕੀਤੀ। ਮਹਾਕਾਲ ਕਾਲ ਕਾ ਆਰਾਧੀ ਕਤ ਤਪੱਸਿਆ ਜਵਾਂ ਭਇਓ। ਉੱਥੇ ਕੀ ਲਿਖਿਆ? ਗੱਲ ਕਲੀਅਰ ਹੋ ਗਈ ਨਾ ਜਮਾਂ। ਦੋ ਜਣੇ ਆ, ਤਿੰਨ ਨਹੀਂ ਹੈਗੇ, ਨਹੀਂ ਤਾਂ ਫਿਰ ਲਿਖਦੇ ਤ੍ਰੈ ਤੇ ਏਕ ਰੂਪ ਹੋਏ ਗਏ ਹੋ। ਲਿਖਿਆ ਦਵੈ ਤੇ ਏਕ ਰੂਪ ਹੋਏ ਗਏ ਹੋ। ਜੇ ਕਾਲਕਾ ਦੀ ਆਰਾਧਨਾ ਕੀਤੀ ਹੁੰਦੀ ਤੇ ਫਿਰ ਇੱਕ ਪਰਮੇਸ਼ਰ ਸੀ ਗੋਬਿੰਦ ਸਿੰਘ ਗੁਰੂ ਮਹਾਰਾਜ ਜੀ, ਤੇ ਤੀਜੀ ਕਾਲਕਾ, ਫਿਰ ਕਹਿੰਦੇ ਤ੍ਰੈ ਤੇ ਏਕ ਰੂਪ ਹੋਏ ਗਏ ਹੋ। ਲੇਕਿਨ ਲਿਖਿਆ ਦਵੈ ਤੇ ਏਕ ਰੂਪ ਹੋਏ ਗਏ ਹੋ। ਕੋ ਸਤਨਾਮ। ਦਵੈ ਤੇ ਏਕ ਰੂਪ ਹੋਏ ਗਏ ਹੋ, ਤੇ ਮੇਰਾ ਮਤਲਬ ਦੋ ਹੀ ਹੈ ਨਾ, ਇੱਕ ਆਰਾਧਨ ਵਾਲਾ ਤੇ ਇੱਕ ਜਿਸ ਨੂੰ ਆਰਾਧਿਆ ਜਾ ਰਿਹਾ ਹੈ। ਤਾਂ ਇਸ ਕਰਕੇ ਦਵੈ ਤੇ ਏਕ ਰੂਪ ਹੋਏ ਗਏ ਹੋ ਚਿਤਨਾ ਭਇਓ ਹਮਰੋ ਆਵਣ ਕੈ। ਉਹ ਅਵਸਥਾ ਜਦੋਂ ਕਿਸੇ ਨੂੰ ਪ੍ਰਾਪਤ ਹੁੰਦੀ ਹੈ ਨਾ, ਉਹਦੇ ਵਿੱਚ ਤੁਹਾਡੇ ਏਸੀ ਨਾਲੋਂ ਵੀ ਜ਼ਿਆਦਾ ਆਨੰਦ ਹੈ। ਏਸੀ ਦਾ ਤਾਂ ਕੁਛ ਵੀ ਨਹੀਂ, ਉਹਦੇ ਵਿੱਚ ਤਾਂ ਇਦੋਂ ਵੀ ਜ਼ਿਆਦਾ ਆਨੰਦ ਆ। ਉਹ ਤਾਂ ਅਵਸਥਾ ਛੱਡਣ ਨੂੰ ਜੀ ਨਹੀਂ ਕਰਦਾ ਜੇ ਕਿਸੇ ਨੂੰ ਮਿਲ ਜੇ। ਪਰ ਕਈਆਂ ਨੂੰ ਮਿਲ ਕੇ ਗਵਾ ਜਾਂਦੀ ਹੈ ਅਤੇ ਮੁੜ ਕੇ ਉਹ ਫਿਰ ਪਛਤਾਉਂਦੇ ਹੈ। ਪੰਡਿਤ ਰੋਵੇ ਗਿਆਨ ਗਵਾਏ, ਇੱਥੇ ਗੱਲ ਪਾਤਸ਼ਾਹ ਨੇ ਬਾਣੀ 'ਚ ਲਿਖੀ ਹੈ। ਇਹ ਅਵਸਥਾ ਟੱਕਰ ਜਾਂਦੀ ਹੈ ਕਿਸੇ ਨੂੰ ਕਿਰਪਾ ਦੇ ਨਾਲ, ਪਰਮੇਸ਼ਰ ਦੀ ਕਿਰਪਾ ਦੇ ਨਾਲ। ਕਈ ਵਾਰੀ ਉਹਦੇ ਕੋਲੋਂ ਖੁੱਸ ਜਾਂਦੀ ਆ, ਫਿਰ ਮਗਰੋਂ ਪਛਤਾਉਂਦਾ ਹੈ। ਜੋ ਕੁਛ ਪਾਇਆ ਸੋ ਏਕਾ ਵਾਰ ਮਿਲਦੀ ਹੈ ਕਦੇ ਕਦੇ ਕਿਸੇ ਕਿਸੇ ਨੂੰ, ਹੁਣ ਸੰਭਾਲਣਾ ਔਖਾ ਹੋ ਜਾਂਦਾ। ਕੋਈ ਸਤਨਾਮ ਸ੍ਰੀ ਦਵੈ ਤੇ ਏਕ ਰੂਪ ਹੋਏ ਗਇਓ ਚਿਤ ਨ ਭਇਓ ਹਮਰੋ ਆਵਣ ਕੈ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਨਾ ਕਿ ਕਾਲਕਾ ਦੇ ਚਰਨਾਂ 'ਚ। ਕਹੋ ਸਤਨਾਮ। ਗੱਲਾਂ ਤਾਂ ਕਲੀਅਰ ਹੋਈਆਂ ਪਈਆਂ। ਬਸ ਇੱਕ ਆਰਾਧੀ ਤੇ ਕਾਲਕਾ ਸ਼ਬਦ ਨੂੰ ਲੈ ਕੇ ਭੁਲੇਖਾ ਪੈ ਗਿਆ ਵੀ ਸ਼ਾਇਦ ਦੇਵੀ ਦੀ ਆਰਾਧਨਾ ਕੀਤੀ ਹੈ। ਗੱਲ ਮੈਨੂੰ ਕਲੀਅਰ ਕਰਨੀ ਪਈ। ਜੇ ਮੈਂ ਇੱਦਾਂ ਕਹਿ ਕੇ ਤੁਰ ਜਾਂਦਾ ਤਾਂ ਫਿਰ ਭੁਲੇਖਾ ਨਿਕਲਣਾ ਨਹੀਂ ਸੀ। ਕਹੋ ਸਤਨਾਮ। ਪਰ ਇਹਨਾਂ ਨੇ ਤਾਂ ਜਿੰਨੀ ਕਿ ਇਹਨਾਂ ਦੀ ਸੋਚ ਆ ਉਨੀ ਗੱਲ ਹੀ ਕਰਨੀ ਹੈ ਨਾ। ਭੀਮ ਚੰਦ ਵਰਗਿਆਂ ਨੇ ਕਹਿੰਦੀ ਉਸਨੇ ਜੀ ਦੇਵੀ ਦੀ ਆਰਾਧਨਾ ਕੀਤੀ, ਉਹ ਤੋਂ ਵਰ ਲੈ ਕੇ ਇੱਕ ਪੰਥ ਸਾਜ ਲਿਆ। ਜਬ ਗਏ ਨਿਕਟ ਇੱਕ ਬਾਰੀ ਸਭ ਕੋ ਸਿੱਖਿਆ ਹੀ ਤੂੰ ਉਚਾਰੀ। ਅਸੀਂ ਜਦੋਂ ਇੱਕ ਵਾਰੀ ਉਹਨਾਂ ਦੇ ਕੋਲ ਗਏ ਸੀ, ਸਾਰੇ ਰਾਜਿਆਂ ਨੂੰ ਸਿੱਖਿਆ ਦੇਣ ਵਾਸਤੇ ਕਿਹਾ ਤੁਮੀ ਸਿੱਖ ਬਨੋ ਸਿੱਖ ਪਾਵੋ ਰਾਜ ਸਮਾਜ ਸਕਲ ਬਿਰਤਾਵੋ। ਮਤਲਬ ਕਿ ਉਹ ਰੰਗਜੇਬ ਨੂੰ ਭੜਕਾਉਂਦੇ ਆ ਬਈ ਸਾਨੂੰ ਵੀ ਕਹਿੰਦਾ ਸੀਗਾ ਤੁਸੀਂ ਸਾਡੇ ਸਿੰਘ ਬਣ ਜਾਓ, ਤੁਹਾਨੂੰ ਮੈਂ ਪੱਕੇ ਰਾਜੇ ਬਣਾ ਦੂੰਗਾ। ਮਤਲਬ ਇਹ ਹੈ ਭੜਕਾਉਣ ਵਾਲੀ ਗੱਲ ਰਾਜੇ ਔਰੰਗਜ਼ੇਬ ਨੂੰ ਵੀ ਦੇਖੋ ਜੀ ਅਸੀਂ ਵੀ ਉਹਦੇ ਕੋਲ ਗਏ ਸੀਗੇ ਅਤੇ ਪਾਤਸ਼ਾਹ ਤਾਂ ਹਰੇਕ ਨੂੰ ਕਹਿੰਦੇ ਆ ਵੀ ਗੁਲਾਮੀ ਦੇ ਜੂਲੇ ਲਾਹੋ, ਪਰ ਲੈਣ ਕਿਵੇਂ ਜੇ ਲਾਉਣ ਵਾਲਾ ਤਿਆਰ ਨਹੀਂ ਤਾਂ। ਕਹੋ ਸਤਨਾਮ। ਬਲਦ ਨੂੰ ਆਦਤ ਪੈ ਜਾਂਦੀ ਆ, ਜਦੋਂ ਗੱਡੇ ਕੋਲ ਲੈ ਕੇ ਜਾਂਦੇ ਆ ਆਪ ਹੀ ਥੱਲੇ ਬੂਥ ਦੇ ਕੇ ਗੱਡਾ ਤਾਂ ਚੱਕ ਕੇ ਸਿਰ 'ਤੇ ਰੱਖ ਲੈਂਦਾ। ਆਦਤ ਪੈ ਗਈ ਨਾ ਜੂਲਾ ਚੱਕਣ ਦੀ। ਉਹ ਇਹੀ ਹਾਲਤ ਪਹਾੜੀਆਂ ਦੀ ਜਾਂ ਭਾਰਤ ਵਾਸੀਆਂ ਦੀ ਹੈ ਕਿ ਗੁਲਾਮੀ ਦਾ ਜੂਲਾ ਸਿਰ ਤੋਂ ਲਾਉਣਾ ਮੁਸ਼ਕਿਲ ਹੋਇਆ ਪਿਆ। ਗੁਰੂ ਸਾਹਿਬਾਂ ਨੇ ਬੜਾ ਜ਼ੋਰ ਲਾਇਆ। ਹੁਣ ਦੇਖੋ ਜੇ ਕਿਤੇ ਇਹੀ ਗੁਰੂ ਗੋਬਿੰਦ ਸਿੰਘ ਨਾਲ ਰਲ ਜਾਂਦੇ ਤੇ ਇਹ ਜ਼ੁਲਮ ਦਾ ਰਾਜ ਕਿਤੇ ਨਾ ਖਤਮ ਹੋਇਆ ਹੁੰਦਾ। ਕੋਈ ਸਤਨਾਮ। ਪਰ ਇਹ ਰਲੇ ਨਹੀਂ। ਚਲੋ ਗੁਰੂ ਸਾਹਿਬ ਨੇ ਆਪਣਾ ਸਿਸਟਮ ਪਰਮੇਸ਼ਰ ਦੇ ਹੁਕਮ ਮੁਤਾਬਕ ਜਿਵੇਂ ਚਲਾਇਆ ਚੱਲੀ ਜਾ ਰਿਹਾ ਹੈ। ਇਹਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ, ਕਈ ਆਏ ਖਤਮ ਕਰਨ ਵਾਸਤੇ। ਕਿਸੇ ਨੇ ਇੱਕ ਮੋਬਾਈਲ 'ਤੇ ਲਿਖ ਕੇ ਭੇਜਿਆ ਵੀ ਜਿਹਨੇ ਵੀ ਅਕਾਲ ਤਖ਼ਤ 'ਤੇ ਕਹਿਰੀ ਅੱਖ ਰੱਖੀ ਆ, ਜਿਹਨੇ ਹਮਲਾ ਕੀਤਾ ਉਹਦੀ ਡੇਟ ਦੇਖ ਲਓ। ਹਮਲੇ ਕਰਨ ਦੀ ਡੇਟ ਤੋਂ ਲੈ ਕੇ ਮੌਤ ਤੱਕ 153 ਦਿਨ ਹੀ ਬਣਦੇ ਆ। 153 ਦਿਨਾਂ ਦੇ ਵਿੱਚ ਵਿੱਚੋਂ ਖਤਮ ਹੋ ਗਏ ਆ। ਕੋਈ ਸਤਨਾਮ। ਇਸ ਕਰਕੇ ਬਹੁਤ ਆਏ ਅਤੇ ਬਹੁਤ ਚਲੇ ਗਏ ਇਸ ਧਰਮ ਨੂੰ ਖਤਮ ਕਰਨ ਵਾਸਤੇ। ਪਰ ਇਸ ਧਰਮ ਦੀਆਂ ਜਿਹੜੀਆਂ ਨਿਉਆਂ ਸਿੰਘਾਂ ਦੇ ਸਿਰਾਂ ਦੇ ਉੱਤੇ ਰੱਖੀਆਂ ਹੋਈਆਂ, ਇਸ ਨਿਉ ਦੇ ਵਿੱਚ ਉਹਨੇ ਆਪਣਾ ਵੀ ਯੋਗਦਾਨ ਪਾਇਆ। 4 ਸਾਹਿਬਜ਼ਾਦਿਆਂ ਦਾ। ਕਹੋ ਸਤਨਾਮ। ਪੂਰੇ ਸਰਬੰਸ ਦਾ ਯੋਗਦਾਨ ਪਾਇਆ। ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ। ਪੰਥ ਵਸੇ ਮੈਂ ਜਿਹੜਾ ਮਨ ਚਾਹੋ ਕਨੇਰਾ। ਮੈਂ ਜਿਹੜਾ ਪੰਥ ਸਾਜਿਆ ਨਾ ਬਸ ਇਹ ਕਾਇਮ ਰਹਿਣਾ ਚਾਹੀਦਾ, ਮੇਰਾ ਕੋਈ ਫਿਕਰ ਨਹੀਂ। ਉੱਥੇ ਵੀ ਕਹਿੰਦੇ ਆ ਮਾਛੀਵਾੜ ਦੇ ਖੂਹ 'ਤੇ ਪਏ ਮਿੱਤਰ ਪਿਆਰੇ ਨੂੰ ਹਾਲ ਕੀ ਨਾ ਮੁਰੀਦਾਂ ਦਾ ਆਪਦਾ ਨਹੀਂ ਦੱਸ ਰਹੇ। ਆਪਦਾ ਠੀਕ ਹੈ ਜਿਵੇਂ ਵੀ ਹੈਗਾ, ਬੇਹਾਲ ਹੈ, ਪੈਰ 'ਚ ਜੁੱਤੀ ਨਹੀਂ, ਪੈਰਾਂ ਵਿੱਚ ਆਪਣਾ ਜਿਹੜਾ ਹੈ ਕੰਡੇ ਵੱਜੇ ਹੋਏ ਆ, ਪਰ ਆਪਦੇ ਹਾਲ ਦੀ ਗੱਲ ਹੀ ਨਹੀਂ ਕਰਦੇ, ਸਾਡੇ ਹਾਲ ਦੀ ਗੱਲ ਕਰਦੇ ਆ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ। ਸੋਲ ਸਰਾਹੀ ਖੰਜਰ ਪਿਆਲਾ ਜਨਤਾ ਨੂੰ ਕਹਿੰਦੇ ਆ ਉਹ ਜਿਹੜੀਆਂ ਐਸ਼ਾਂ ਤੁਸੀਂ ਕਰਦੇ ਹੋ ਨਾ, ਰੱਬ ਨੂੰ ਭੁੱਲੇ ਹੋਏ ਹੋ। ਇਹੀ ਸਰਾਹੀਆਂ ਇਹੀ ਬੋਤਲਾਂ ਤੁਹਾਡੇ ਵਾਸਤੇ ਸੂਲਾਂ ਬਣ ਜਾਣਗੀਆਂ।
ਪਿਆਲੇ ਜਿਹੜੇ ਆ ਕੰਡੇ ਬਣ ਜਾਣਗੇ, ਖੰਜਰ ਬਣ ਜਾਣਗੇ, ਸ਼ਸਤਰ ਬਣ ਜਾਣਗੇ, ਤੁਹਾਨੂੰ ਖਤਮ ਕਰਨਗੇ। ਕੀ ਅੱਜ ਨਸ਼ਿਆਂ ਦੇ ਨਾਲ ਨੌਜਵਾਨ ਮਰ ਰਹੇ ਹੈ ਤੇ ਗੁਰੂ ਸਾਹਿਬ ਦੀ ਗੱਲ ਸਹੀ ਨਹੀਂ ਹੈਗੀ ਹੈ? ਕਹੋ ਸਤਿਨਾਮ। ਸੂਲ ਸੁਰਾਹੀ ਉਹੀ ਨਸ਼ਾ, ਚਿੱਟਾ ਨਸ਼ਾ, ਕਾਲਾ ਨਸ਼ਾ ਜੋ ਵੀ ਖਾਂਦੇ ਆ ਲੋਕ ਮਰੀ ਜਾਂਦੇ ਆ, ਉਹ ਸੁਰਾਹੀਆਂ ਸੂਲਾਂ ਬਣ ਗਈਆਂ, ਪਿਆਲੇ ਖੰਜਰ ਬਣ ਗਏ ਨੌਜਵਾਨਾਂ ਨੂੰ ਮਾਰਨ ਵਾਸਤੇ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਈ ਇਹਦਾ ਅਰਥ ਕਰਦੇ ਹੈ ਵੀ ਗੁਰੂ ਸਾਹਿਬ ਨੇ ਹੀਰ ਰਾਂਝੇ ਦੀ ਕਹਾਣੀ ਜਿਹੜੀ ਆ 4 ਪੰਗਤਾਂ ਵਿੱਚ ਲਿਖ ਦਿੱਤੀ। ਖੇੜਾ ਭਾਵ ਹੀਰ ਵਿਆਹੀ ਸੀ ਖੇੜੇ ਤੇ ਰਾਂਝੇ ਨਾਲ ਚਲੀ ਗਈ ਸੀ। ਪਰ ਦੂਜਾ ਗੱਲ ਮਤਲਬ ਹੈ ਖੇੜਾ ਤੋਂ ਭਾਵ ਆਨੰਦਪੁਰ ਸਾਹਿਬ, ਜਿੱਥੇ ਬੜਾ ਆਨੰਦ ਸੀ। ਜੇ ਰੱਬ ਨਹੀਂ ਯਾਦ ਤਾਂ ਫਿਰ ਪਾਤਸ਼ਾਹ ਜੀ ਬਾਣੀ ਵਿੱਚ ਇੱਕ ਬਚਨ ਕਰਦੇ ਆ, ਯਾਦ ਕਰੀਏ ਆਪਾਂ। ਭਲੀ ਸੁਹਾਵੀ ਛਾਪਰੀ ਜਾਮੈ ਹਰ ਗੁਣ ਗਾਏ, ਕਿਤ ਹੀ ਕਾਮਨ ਧੌਲ ਹਰ ਜਿਤ ਹਰ ਵਿਸਰਾਏ। ਉਹ ਧੌਲਰ, ਉਹ ਮਹਿਲ, ਉਹ ਕੋਠੀਆਂ, ਉਹ ਕਿਲੇ ਬੇਕਾਰ ਹੈ ਜਿੱਥੇ ਰੱਬ ਨੂੰ ਯਾਦ ਨਹੀਂ ਕੀਤਾ ਜਾਂਦਾ। ਜਿੱਥੇ ਰੱਬ ਭੁੱਲਿਆ ਹੋਇਆ ਹੈ ਉਹ ਛਪਰੀ ਵੀ ਚੰਗੀ ਹੈ ਜਿੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ। ਖੇੜੇ ਤੋਂ ਭਾਵ ਹੈ ਵਸਤੀ, ਵਸਣ ਵਾਲੇ। ਮਰਦਾਨਾ ਜੰਗਲ ਵਿੱਚ ਬਾਬੇ ਨਾਨਕ ਨੂੰ ਕਹਿੰਦਾ ਜੀ ਬੜਾ ਭਿਆਨਕ ਜੰਗਲ ਆ। ਬਾਬਾ ਜੀ ਕਹਿੰਦੇ ਮਰਦਾਨੀਆਂ ਉਹ ਜੰਗਲ ਨਹੀਂ, ਇਹ ਤਾਂ ਵਸਤੀ ਆ। ਬਾਬਾ ਜੀ ਪਿੰਡ ਦੇ ਵਿੱਚ ਘਰ ਤਾਂ ਕੋਈ ਦਿਸਦਾ ਨਹੀਂ ਗਾ, ਸਾਰੇ ਦਰਖਤ ਹੈ, ਜੰਗਲ ਹੈ, ਜਾਨਵਰ ਹੈ। ਕਹਿੰਦੇ ਮਰਦਾਨੀਆਂ ਕਿਤੇ ਕਿਤੇ ਨਾਮ ਜਪਣ ਵਾਲੇ ਨਹੀਂ ਬੈਠੇ? ਹਾਂ ਕਹਿੰਦੇ ਉਹ ਤਾਂ ਬੈਠੇ ਆ ਕਿਤੇ ਕਿਤੇ ਗੁਫਾਵਾਂ 'ਚ। ਕਹਿੰਦੇ ਫਿਰ ਜਿੱਥੇ ਨਾਮ ਜਪਣ ਵਾਲੇ ਵਸਦੇ ਆ ਉਹ ਵਸਤੀ ਹੈ, ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਪਿੰਡ ਵੀ ਉਜਾੜ ਹੈ। ਉਹ ਪਿੰਡ ਉਜਾੜ ਹੈ, ਇਹ ਜੰਗਲ ਉਜਾੜ ਨਹੀਂ। ਇੱਥੇ ਨਾਮ ਜਪਣ ਵਾਲੀਆਂ ਰੂਹਾਂ ਵੀ ਬੈਠੀਆਂ ਜੰਗਲ 'ਚ। ਕਹਿੰਦੇ ਜੀ ਗੱਲ ਤਾਂ ਤੁਹਾਡੀ ਸਹੀ ਆ। ਇਸ ਕਰਕੇ ਜਿੱਥੇ ਨਾਮ ਜਪਿਆ ਜਾਂਦਾ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਉਹ ਮਾਲਕਾ ਭਾਵੇਂ ਥੱਲੇ ਪਾ ਦੀ। ਅੱਜ ਥੱਲੇ ਕੁਛ ਵੀ ਨਹੀਂ ਹੈ। ਕਿਤੇ ਪੋਲੇ ਗੱਦਿਆਂ ਤੇ ਛੇਜਾਂ 'ਤੇ ਪੈਂਦੇ ਸੀ ਪਾਤਸ਼ਾਹ, ਪਰ ਨਹੀਂ ਉਹਦੇ ਭਾਣੇ ਵਿੱਚ ਹੈ। ਕਹਿੰਦੇ ਕੋਈ ਗੱਲ ਨਹੀਂ, ਕੀ ਹੋ ਗਿਆ ਜੇ ਥੱਲੇ ਪਏ ਆ, ਤੂੰ ਤਾਂ ਯਾਦ ਹੈ ਨਾ, ਤੂੰ ਨਾ ਵਿਸਰੀ। ਜੇ ਤੂੰ ਵਿਸਰ ਗਿਆ ਫਿਰ ਸਾਡੀ ਮੌਤ ਹੈ, ਜੇ ਤੂੰ ਯਾਦ ਹੈ ਤੇ ਮੌਤ ਵੀ ਸਾਨੂੰ ਮਾਰ ਨਹੀਂ ਸਕਦੀ। ਕਹੋ ਸਤਿਨਾਮ। ਮੌਤ ਵੀ ਸਾਨੂੰ, ਜਿਹਦੀ ਆਤਮਾ ਮਰ ਗਈ, ਜ਼ਮੀਰ ਮਰ ਗਈ ਨਾ, ਉਹ ਤੁਰੀ ਫਿਰਦੀ ਲਾਸ਼ ਹੈ, ਉਹ ਤੁਰੀ ਫਿਰਦੀ ਲੋਥ ਹੈ। ਜਿਹਦੀ ਆਤਮਾ ਜਿਉਂਦੀ ਹੈ, ਜ਼ਮੀਰ ਜਿਉਂਦੀ ਹੈ। ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀਗੇ ਸਾਡੀ ਆਤਮਾ ਜ਼ਮੀਰ ਨਹੀਂ ਮਰਨੀ ਚਾਹੀਦੀ। ਜਿਹਦੀ ਜਿਉਂਦਾ ਫਿਰਦਾ ਜ਼ਮੀਰ ਮਰੀ ਹੈ ਉਹ ਮੁਰਦਾ ਲਾਸ਼ ਹੈ। ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ ਪਰ ਜ਼ਮੀਰ ਨਹੀਂ ਮਰੀ, ਉਹ ਮਰ ਕੇ ਵੀ ਜਿਉਂਦੇ ਆ। ਕਹੋ ਸਤਿਨਾਮ। ਦਾਤਾ ਤੇ ਭਗਤ ਸੂਰਮਾ ਤਿੰਨੋਂ ਜੱਗ ਜਿਉਂਦੇ ਨੇ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਦਾ ਦੁਨੀਆ ਯਾਦ ਕਰਦੀ ਆ। ਖੈਰ ਮਨੋਵਿਰਤੀਆਂ ਉੱਥੇ ਰੱਖੀ। ਇੱਥੇ ਨੋਟ ਦਿੱਤਾ ਸੀ ਭਾਈ ਸਾਹਿਬ ਜੀ ਨੇ, ਭਾਈ ਵੀਰ ਸਿੰਘ ਨੇ ਨਾਲ ਨਾਲ ਕਥਾ ਵਿੱਚ ਨੋਟ ਦਿੱਤੇ ਹੈ ਵੀ ਇਹ ਗੱਲ ਗੁਰਮਤਿ ਦੇ ਉਲਟ ਹੈ, ਇਹ ਗੱਲ ਸਹੀ ਨਹੀਂ ਹੈਗੀ ਵੀ ਦੇਵੀ ਪ੍ਰਗਟ ਕੀਤੀ ਆ। ਹਾਂ ਇੱਕ ਕੌਤਕ ਕੀਤਾ ਸੀਗਾ ਇਹਨਾਂ ਬ੍ਰਾਹਮਣਾਂ ਨੂੰ ਇਹ ਸਬਕ ਸਿਖਾਉਣ ਵਾਸਤੇ ਵੀ ਤੁਸੀਂ ਦੇਵੀ ਪ੍ਰਗਟ ਕਰੋ। ਅਤੇ ਫਿਰ ਕੇਸ਼ਵ ਦਾਸ ਭੱਜ ਗਿਆ। ਜਦੋਂ ਪਾਤਸ਼ਾਹ ਨੇ ਕਿਹਾ ਵੀ ਕਿਉਂ ਨਹੀਂ ਆਉਂਦੀ ਦੇਵੀ ਹੁਣ ਤੇਰੀ? ਕਹਿੰਦਾ ਜੀ ਬਲੀ ਮੰਗਦੀ ਆ। ਅਤੇ ਬਲੀ ਫਿਰ ਕਿਹਦੀ ਦੇਈਏ? ਕਹਿੰਦੇ ਜੀ ਕੋਈ ਧਰਮ ਦਾ ਬਹੁਤ ਪਿਆਰਾ ਹੋਵੇ, ਜਿਹਨੂੰ ਧਰਮ ਬਹੁਤ ਪਿਆਰਾ ਹੋਵੇ। ਅੱਛਾ ਤੁਹਾਡਾ ਵੀ ਪਿਆਰਾ ਹੋਵੇ? ਕਹਿੰਦੇ ਠੀਕ ਆ। ਪਾਤਸ਼ਾਹ ਕਹਿੰਦੇ ਇਹੋ ਜਿਹਾ ਬੰਦਾ ਹੈਗਾ ਆਪਣੇ ਕੋਲੇ? ਕਹਿੰਦੇ ਜੀ ਲਿਆਓ ਵੇਖੀਏ। ਕੋਈ ਉਂਗਲ, ਕੋਈ ਹੱਥ ਪੈਰ ਕੱਟਿਆ ਵੱਢਿਆ ਨਾ ਹੋਵੇ, ਸਾਬਤੇ ਬੰਦੇ ਦੀ ਬਲੀ ਦੇਣੀ ਪੈਂਦੀ ਆ। ਕਹਿੰਦੇ ਬੰਦਾ ਪੂਰਾ ਸਾਬਤ ਹੈ, ਕੋਈ ਨਹੀਂ ਕੱਟਿਆ ਵੱਢਿਆ ਅੱਗੋਂ ਦਾ। ਕਿਉਂਕਿ ਬਾਹਮਣਾਂ ਦੇ ਪਖੰਡੇ ਨੇ ਜਿਹੜੇ ਪਾਤਸ਼ਾਹ ਨੇ ਬਾਣੀ ਵਿੱਚ ਇਤਿਹਾਸ ਵਿੱਚ ਵੀ ਰੱਖੇ ਆ। ਕਹਿੰਦੇ ਜੀ ਬੰਦਾ ਸਾਬਤ ਸੂਰਤ ਹੈ। ਪਾਤਸ਼ਾਹ ਕਹਿੰਦੇ ਧਰਮ ਨੂੰ ਵੀ ਪਿਆਰ ਕਰਨ ਵਾਲਾ, ਮੈਨੂੰ ਵੀ ਬੜਾ ਪਿਆਰ ਕਰਦਾ, ਮੈਂ ਵੀ ਉਹਨੂੰ ਪਿਆਰ ਕਰਦਾ। ਕਹਿੰਦੇ ਜੀ ਬੰਦਾ ਤਾਂ ਵਿਖਾਓ ਕਿਹੜਾ? ਕਹਿੰਦੇ ਉਹ ਤੂੰ ਹੀ ਆ। ਮੈਂ ਤੈਨੂੰ ਪਿਆਰ ਕਰਦਾ ਨਾ, ਤੈਨੂੰ 1.25 ਲੱਖ ਦੇਣ ਨੂੰ ਤਿਆਰ ਹਾਂ, ਦੇਵੀ ਪ੍ਰਗਟ ਕਰ ਦੇ। ਫਿਰ ਤਾਂ ਠੰਡੇ ਮੌਸਮ ਵਿੱਚ ਵੀ ਤਰੇਲੀਆਂ ਆ ਗਈਆਂ ਮੱਥੇ ਤੇ। ਕਹੋ ਸਤਿਨਾਮ। ਮੁੜਕੋ ਮੁੜਕੀ ਯਾ ਕਿੱਧਰੋਂ ਗੱਲ ਕੱਢ ਮਾਰੀ, ਮੇਰੇ ਤਾਂ ਪੁੱਠੀ ਪੈ ਗਈ। ਪਾਤਸ਼ਾਹ ਕਹਿੰਦੇ ਤੈਨੂੰ ਧਰਮ ਪਿਆਰ ਨਹੀਂ ਕਰਦਾ, ਤੂੰ ਧਰਮੀ ਬੰਦਾ ਨਹੀਂ ਗਾ। ਸਾਰੇ ਪੰਡਤਾਂ ਤੋਂ, ਸਾਰੇ ਹਿੰਦੂਆਂ ਤੋਂ ਤੈਨੂੰ ਸਤਿਕਾਰ ਦਿੰਦੇ ਆ ਵੀ ਸਾਡਾ ਕੇਸ਼ਵ ਦਾਸ ਹਰਿਦੁਆਰ ਵਾਲਾ ਸਭ ਤੋਂ ਵੱਡਾ ਪੰਡਤ ਹੈ। ਕਹਿੰਦੇ ਹਾਂਜੀ ਹਾਂਜੀ। ਕਹਿੰਦੇ ਮੈਂ ਵੀ ਤੈਨੂੰ ਪਿਆਰ ਕਰਦਾ।
ਆ ਸੰਸਾਰ ਦੇ ਭਲੇ ਵਾਸਤੇ ਤੈਨੂੰ ਲਾਇਆ ਵੀ ਤੈਨੂੰ 1.25 ਲੱਖ ਦੇ ਦੂੰਗਾ, ਤੂੰ ਪ੍ਰਗਟ ਕਰਕੇ ਦੇ, ਜੇ ਕੋਈ ਭਲਾ ਹੋ ਜੇ ਦੁਨੀਆ ਦਾ ਪਿਆਰ ਨਾਲ ਦੇਊਂਗਾ ਨਾ। ਪਰ ਤੇਰੀ ਆ ਨਹੀਂ ਰਹੀ ਉਹ ਦੇਵੀ, ਕਹਿੰਦੇ ਜੀ ਬਲੀ ਮੰਗਦੀ ਆ, ਕਹਿੰਦੇ ਆ ਜਾ ਫਿਰ ਤੇਰੀ ਬਲੀ ਦੇ ਦਿੰਦੇ ਆ। ਭਲੇ ਦਾ ਕੰਮ ਹੈ, ਜਨਤਾ ਦਾ ਭਲਾ ਹੋ ਜਾਊਗਾ। ਬਸ ਫਿਰ ਕਹਿੰਦਾ ਕੋਈ ਨਹੀਂ ਜੀ, ਫਿਰ ਮੈਂ ਨਹਾ ਨੂੰ ਆਵਾਂ, ਨਾਲੇ ਬਾਥਰੂਮ ਜਾ ਆਵਾਂ। ਕਹੋ ਸਤਨਾਮ, ਕਹਿੰਦੇ ਜਾ ਜਾਇਆ। ਪਾਤਸ਼ਾਹ ਨੇ ਪਤਾ ਸੀ ਭੱਜੂਗਾ, ਹੁਣੇ ਖੜਨਾ ਨਹੀਂ ਇਸ ਨੇ, ਭੱਜ ਗਿਆ। ਦਿਨ ਛਿਪਲੇ ਤੱਕ ਉਡੀਕਿਆ, ਨਹੀਂ ਮੁੜ ਕੇ ਆਇਆ। ਬਚਿਆ ਖੁਚਿਆ ਸਾਰਾ ਸਮਾਨ ਸਮੱਗਰੀ ਜਿੰਨੀ ਪਈ ਸੀ, ਖੋਪਾ ਖਾਪਾ ਖੰਡ ਖੁੰਡ ਦੇਸੀ ਘਿਓ ਚੱਕ ਕੇ ਸਾਰਾ ਦਿਨ ਛਿਪੇ ਦੇ ਨਾਲ ਵਿੱਚ ਠੋਕਿਆ। ਜੋ ਸਾਰਾ ਕੁਝ ਸਿੱਟਿਆ, ਉਹ ਖੱਡਾ ਸੀ ਵੱਡਾ ਸਾਰਾ, ਹੋਣਾ 15-20 ਫੁੱਟ ਦਾ। ਤੇ ਫਿਰ ਉਹਦੀ ਲਾਟ ਲੱਗੀ ਆਕਾਸ਼ਾਂ ਦੇ ਨਾਲ, ਤੇ ਜਿਹੜੇ ਪਹਾੜੀਏ ਸੀ ਉਹਨਾਂ ਨੇ ਸੋਚਿਆ ਵੀ ਸ਼ਾਇਦ ਚੰਡੀ ਪ੍ਰਗਟ ਹੋ ਗਈ, ਉਹਦਾ ਪ੍ਰਕਾਸ਼ ਆ। ਕੋਈ ਸਤਨਾਮ ਸੀ, ਅਸਲ ਦੇ ਵਿੱਚ ਉਹ ਅੱਗ ਦੀ ਲਾਟ ਸੀ। ਤੇ ਉਸੇ ਲਾਟ ਦੇ ਵਿੱਚ ਪਾਤਸ਼ਾਹ ਜੀ ਦੀ ਆਵਾਜ਼ ਵੀ ਉੱਥੇ ਜਦੋਂ ਇੰਨੇ ਉੱਚੇ ਬੈਠੇ ਸੀ ਦੀ ਆਵਾਜ਼ ਕਿੰਨੀ ਦੂਰ ਤੱਕ ਗਈ ਹੋਊਗੀ। ਕੱਢ ਕੇ ਮਿਆਨ ਚੋਂ ਤਲਵਾਰ, ਕਹਿੰਦੇ ਓਏ ਸਿੱਖੋ, ਛੱਡੋ ਇਹਨਾਂ ਭਰਮਾਂ ਨੂੰ, ਇਹ ਤਲਵਾਰ ਹੀ ਚੰਡੀ ਹੈ ਅਸਲ ਦੇ ਵਿੱਚ। ਕੋਈ ਸਤਨਾਮ, ਆਹ ਹੀ ਚੰਡੀ ਹੈ ਸਾਡੀ ਤਲਵਾਰ ਹੀ। ਜਿਹਦੇ ਹੱਥ ਵਿੱਚ ਤਲਵਾਰ ਹੈ ਉਹਦੇ ਮੂਹਰੇ ਲੱਖਾਂ ਵੀ ਨਹੀਂ ਖੜ ਸਕਦੇ। 1.25 ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਤਾਂ ਉੱਥੋਂ ਫਿਰ ਸ਼ਾਸਤਰ ਸੰਗਤਾਂ ਨੂੰ ਜਿਹੜਾ ਸੀਗਾ ਪੱਕੇ ਤੌਰ 'ਤੇ ਰੱਖਣ ਦਾ ਹੁਕਮ ਦਿੱਤਾ। ਮਨੋਬਿਰਤੀਆਂ ਉੱਥੇ ਰੱਖੀਏ। ਖੈਰ ਇਹ ਕਹਿੰਦੇ ਆ ਔਰੰਗਜ਼ੇਬ ਨੂੰ, ਕਹਿੰਦੇ ਜੀ ਉਹਨਾਂ ਨੇ ਦੇਵੀ ਪ੍ਰਗਟ ਕਰਕੇ ਉਹ ਤੋਂ ਵਰ ਲੈ ਲਏ। ਜਬ ਗਏ ਨਿਕਟ ਇੱਕ ਵਾਰੀ, ਸਭ ਕੋ ਸਿੱਖਿਆ ਹੇਤੁ ਉਚਾਰੀ। ਸਾਨੂੰ ਵੀ ਕਹਿੰਦੇ ਸੀਗੇ ਤੁਸੀਂ ਸਾਡੇ ਸਿੰਘ ਬਣ ਜਾਓ, ਤੁਮ ਵੀ ਸਿੰਘ ਬਣੋ ਸਿੱਖ ਪਾਵੋ, ਰਾਜ ਸਮਾਜ ਸਕਲ ਬਿਰਤਾਵੋ। ਤੁਹਾਡਾ ਰਾਜ ਲੰਬਾ ਚੌੜਾ ਕਰ ਦਿਆਂਗੇ। ਆ ਸਾਡਾ ਪੰਜਾਬ ਕਿੱਥੋਂ ਤੱਕ ਲੰਬਾ ਚੌੜਾ ਸੀਗਾ, ਪਰ ਜਦੋਂ ਵੰਡ ਹੋਈ ਤੇ ਛੋਟਾ ਜਿਹਾ ਕਰਤਾ, ਸ਼ੇਰ ਦੇ ਪੰਜੇ ਜਿੰਨਾ। ਕੋਈ ਸਤਨਾਮ, ਅਫਗਾਨਿਸਤਾਨ ਆਦਿ ਇੱਧਰ ਉੱਧਰ ਸਾਰਾ ਦੂਰ ਤੱਕ ਇਹ ਪੰਜਾਬ ਫੈਲਿਆ ਹੋਇਆ ਸੀਗਾ। ਗੁਰੂ ਸਾਹਿਬ ਕਹੇ ਤੁਹਾਡਾ ਰਾਜ ਇੰਨਾ ਵਧਾ ਦੂੰਗਾ ਕਿ ਸੰਸਾਰ ਦੇ ਵਿੱਚ ਤੁਹਾਡਾ ਰਾਜ ਹੋਊਗਾ, ਸਾਰਾ ਸੰਸਾਰ ਤੁਹਾਡਾ ਕਰ ਦੂੰਗਾ। ਕੋਈ ਸਤਨਾਮ, ਸਾਨੂੰ ਕਹਿੰਦਾ ਤੁਹਾਡਾ ਸੰਸਾਰ ਦੇ ਵਿੱਚ ਰਾਜ ਹੋ ਜਾਊਗਾ। ਦਿੱਲੀ ਨਾਥ ਸਾਥ ਹਮ ਦਵੈਸ਼, ਤੈ ਸੰਗ ਕਰੀਏ ਸੰਗ ਵਿਸ਼ੇਸ਼। ਤੁਸੀਂ ਮੇਰੇ ਨਾਲ ਰਲ ਕੇ ਦਿੱਲੀ ਦੇ ਰਾਜੇ ਨਾਲ ਲੜਾਈ ਕਰੋ, ਸਾਡੀ ਵੀ ਉਹਨਾਂ ਨਾਲ ਲੜਾਈ ਹੈ, ਉਹ ਜੰਗ ਦੇ ਵਿੱਚ ਹਿੱਸਾ ਪਾਓ, ਮੇਰੇ ਨਾਲ ਲੜੋ। ਦਿਓ ਪਿਤਾ ਕਾ ਬੈਰ ਮਹਾਨਾ, ਕਰੋ ਕਪਾਵਨ ਮੈਂ ਤੁਰਕਾਨਾ। ਔਰ ਮੈਂ ਵਾਅਦਾ ਕਰਦਾ ਕਿ ਮੈਂ ਇਹ ਜ਼ੁਲਮ ਦਾ ਰਾਜ, ਮੁਗਲਾਂ ਦਾ ਰਾਜ ਖਤਮ ਕਰ ਦੇਵਾਂਗਾ, ਤੁਸੀਂ ਮੇਰੇ ਨਾਲ ਰਲੋ। ਰਾਵਰੇ ਨਾਮ ਗੁਰੂ ਜਬ ਲਿਓ, ਸੁਨ ਹਮ ਸਕਲ ਤਰਾਸ ਮਨਿਓ। ਪਰ ਰਾਜਾ ਸਾਹਿਬ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਔਰੰਗਜ਼ੇਬ ਨੂੰ ਮਾਰ ਕੇ ਤੁਹਾਨੂੰ ਰਾਜ ਦੇ ਦਿਆਂਗਾ, ਅਸੀਂ ਤਾਂ ਡਰ ਗਏ। ਇਹ ਜਵਾਬ ਤਾਂ ਬਨਾਏ ਨ ਮਾਨੇ, ਹਜ਼ਰਤ ਕੋ ਨਿਜ ਖਵੰਦ ਜਾਣੇ। ਅਸੀਂ ਤਾਂ ਤੁਹਾਨੂੰ ਆਪਣਾ ਮਾਲਕ ਜਾਣਦੇ ਹਾਂ, ਕਿਉਂਕਿ ਗੁਲਾਮਾਂ ਨੂੰ ਫਿਰ ਉਹ ਹੀ ਚੰਗਾ ਲੱਗਦਾ। ਅਸੀਂ ਤਾਂ ਤੁਹਾਨੂੰ ਆਪਣਾ ਮਾਲਕ ਜਾਣਦੇ ਹਾਂ ਰਾਜਾ ਸਾਹਿਬ, ਸਾਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ। ਛੱਡ ਕਰ ਗਏ ਆਪਣੇ ਡੇਰੇ, ਹਮ ਤੇ ਪਿੱਛੇ ਸਿੰਘ ਕਨੇਰੇ। ਔਰ ਅਸੀਂ ਉੱਥੋਂ ਉੱਠ ਕੇ ਆਪਣੇ ਡੇਰਿਆਂ ਨੂੰ ਚਲੇ ਗਏ। ਚਾਰੋਂ ਵਰਨ ਕਰੇ ਇੱਕ ਥਾਏ, ਇਕੱਠੇ ਭੋਜਨ ਸਭਨ ਖਵਾਏ। ਉਦੋਂ ਬਾਅਦ ਉਹਨਾਂ ਨੇ ਬੜੇ ਸਿੱਖ ਬੜੇ ਸਿੰਘ ਇਕੱਠੇ ਕੀਤੇ ਆ, ਚਾਰਾਂ ਵਰਨਾਂ ਨੂੰ ਇਕੱਠੇ ਕਰਤਾ ਜੀ। ਸਾਡਾ ਪੰਡਤਾਂ ਵਾਲਾ ਰਾਹ ਰਵੀੜਾ ਵੀ ਖਤਮ ਕਰਤਾ। ਇਹ ਵੀ ਇਹਨਾਂ ਨੂੰ ਭੈੜਾ ਲੱਗਿਆ ਨਾ, ਗੁਰੂ ਸਾਹਿਬ ਨੇ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਕੀਤਾ, ਇਕੱਠੇ ਬਹਿ ਕੇ ਲੰਗਰ ਛਕਦੇ ਆ। ਕਿੱਥੇ ਚਾਹੁੰਦੇ ਸੀ ਅਸੀਂ ਬ੍ਰਾਹਮਣ ਆ, ਅਸੀਂ ਬ੍ਰਹਮਾ ਤੋਂ ਆਏ ਆ, ਬਾਕੀ ਸਾਰੇ ਸ਼ੂਦਰ ਆ। ਜਿਨ੍ਹਾਂ ਦਾ ਵੀ ਜੱਟ ਦੇ ਨਾਲ ਸੰਬੰਧ ਆ ਉਹ ਸਾਰੇ ਸ਼ੂਦਰ ਹੈ, ਤੇ ਜੱਟ ਦੇ ਨਾਲ ਕਿਹਦਾ ਸੰਬੰਧ ਨਹੀਂਗਾ। ਕਹੋ ਸਤਨਾਮ। ਜੱਟ ਦੇ ਨਾਲ ਤਰਖਾਣ ਦਾ ਵੀ ਹੈ, ਜੁਲਾਹੇ ਦਾ ਵੀ ਹੈ, ਖੇਤੀਬਾੜੀ ਦੇ ਨਾਲ ਸਭ ਦਾ ਹੀ ਸੰਬੰਧ ਹੈ, ਕਿਹਦਾ ਸੰਬੰਧ ਨਹੀਂ। ਇਹਨਾਂ ਬ੍ਰਾਹਮਣਾਂ ਨੇ ਸਾਰਿਆਂ ਨੂੰ ਸ਼ੂਦਰ ਬਣਾਤਾ, ਸੁਹਾਗਾ ਹੀ ਫੇਰਤਾ, ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਜਿਹੜਾ। ਤਾਂਹੀਓ ਤਾਂ ਦੁਖੀ ਹੋਇਆ ਗੁਰੂ ਸਾਹਿਬ ਦੇ ਕੰਮਾਂ ਤੇ। ਖੈਰ ਅਗਲੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं पंचन गुणतास, हे संगी हे निरंकार हे निर्गुण सब टेक, हे गोबिंद हे गुण निदान, जाके सदा विवेक, हे अपरंपर हर हरे है बिहोवन,
हे संतह कै सदा संग तारा आधार हे ठाकुर हों दास रो मैं मेरे गुण गुण नहीं कोई नानक दीजै नाम दान ये परोए आए प्रभ शरनागति पानित दयाल एक अखर हर मन बसत नानक होत निहाल एक ओंकार सतगुरु प्रसाद सच होए वाहिगुरु जी की फतेह है बिनासन सोए वाहिगुरु जी की फतेह है बिनासन सोए वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।